तो कोई नहीं है तो कोई ਅਸੀਂ ਤਾਂ ਜਵਾਨੇ ਨਹੀਂ ਹੈਗੇ ਤੁਹਾਡੇ ਵਾਂਗੂ ਲੁੱਟ ਕੇ ਖਾ ਗਏ 10 ਸਾਲ ਤੁਸੀਂ ਅਸੀਂ ਤਬਦੀਸ਼ਾ ਹੋ ਗਿਆ ਰਿਕਾਰਡ ਬਾਈ ਰਿਕਾਰਡ ਹੈ ਪਿੱਟੂ ਮਾਰ ਕੇ ਜੇਲ੍ਹ ਦੇ ਵਿੱਚ ਮੁੱਦਾ ਖਤਮ ਕੀਤਾ ਗੁਰੂ ਦਾ ਸਿੱਖ ਬਣ ਗਿਆ ਹਾਂ ਤੂੰ ਸਾਬਤ ਕਰ ਹੁਣ ਮੰਨਦੇ ਨੇ ਵੀ ਅਸੀਂ ਬਰਾਬਰ ਪੱਠਾ ਵਢਾਇਆ ਬਰਾਬਰ ਦੀਆਂ ਚੇਅਰਮੈਨਾਂ ਲਿੱਤੀਆਂ ਨੇ ਬਰਾਬਰ ਦੇ ਸਵਾਲ ਲਿੱਤੇ ਨੇ ਤਾਂ ਇਹ ਸਾਰਾ 10 ਸਾਲ ਲੁੱਟ ਕੇ ਇਹਨਾਂ ਨੇ ਬਰਾਬਰ ਖਾਧਾ ਬੀਜੇਪੀ ਨੇ 10 ਸਾਲਾਂ ਦੇ ਵਿੱਚ ਬਰਬਾਦ ਕਰਤਾ ਅੱਜ ਨੌਜਵਾਨ ਬੇਰੁਜ਼ਗਾਰ ਹੋਇਆ ਪਿਆ ਦੇਸ਼ ਬਰਬਾਦ ਹੋਇਆ ਪਿਆ ਰੋਜ਼ਗਾਰ ਖਤਮ ਹੋਇਆ ਪਿਆ ਅਜੀਤ ਵੈਬ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਇੱਥੇ ਕਚਹਿਰੀ ਮਾਰਕੀਟ ਸੰਗਰੂਰ ਦੇ ਵਿੱਚ ਖੜੇ ਹਾਂ ਇਹ ਸੰਗਰੂਰ ਦਾ ਉਹ ਪੋਸ਼ ਏਰੀਆ ਜਿੱਥੇ ਅੱਜ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਜੁੜੇ ਹੋਏ ਨੇ ਸਾਡਾ ਅੱਜ ਦਾ ਜਿਹੜਾ ਮੇਨ ਵਿਸ਼ਾ ਰਹੂਗਾ ਮੁੱਦਾ ਰਹੂਗਾ ਉਹ ਬੇਰੁਜ਼ਗਾਰੀ ਤੇ ਬੇਅਦਬੀ ਰਹੂਗਾ ਤੁਹਾਡੇ ਯਾਦ ਹੋਣਾ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਬੇਅਦਬੀ ਇੱਕ ਬਹੁਤ ਵੱਡਾ ਮੁੱਦਾ ਬਣਿਆ ਸੀ ਜਿਸ ਨੇ ਪੂਰੀ ਪੰਜਾਬ ਦੀ ਸਿਆਸਤ ਨੂੰ ਝੰਜੋੜ ਕੇ ਰੱਖ ਦਿੱਤਾ ਸੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਨੇ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਸਿੱਖ ਹਿਰਦਿਆਂ ਨੂੰ ਵੀ ਬਲੁੰਦਰ ਕੇ ਰੱਖ ਦਿੱਤਾ ਸੀ ਤੇ ਇਸ ਦੇ ਸਿਰ ਤੇ ਹੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪੰਜਾਬ ਦੇ ਵਿੱਚ ਹੋਂਦ ਦੇ ਵਿੱਚ ਆਈ ਸੀ ਉਸ ਟਾਈਮ ਅਕਾਲੀ ਭਾਜਪਾ ਸਰਕਾਰ ਸੂਬੇ ਦੇ ਵਿੱਚ ਸੀ ਅੱਜ ਸਮੀਕਰਨ ਬਦਲ ਚੁੱਕੇ ਨੇ ਬੀਜੇਪੀ ਅਲੱਗ ਹੋ ਚੁੱਕੀ ਆ ਅਕਾਲੀ ਦਲ ਅੱਡ ਖੜਾ ਅਕਾਲੀ ਦਲ ਦਾ ਇਸ ਵਾਰ ਬੀਐਸਪੀ ਨਾਲ ਸਮਝੌਤਾ ਸਾਡੇ ਨਾਲ ਅੱਜ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਨੇ ਜੁੜੇ ਹੋਏ ਨੇ ਅਸੀਂ ਉਹਨਾਂ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹਾਂ ਮੌਜੂਦ ਨੇ ਸਾਡੇ ਨਾਲ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇ ਅਕਾਲੀ ਆਗੂ ਰਪਦਮਨ ਸਿੰਘ ਢਿੱਲੋਂ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਢਿੱਲੋਂ ਸਾਹਿਬ ਅਕਸਰ ਇਹ ਇਲਜ਼ਾਮ ਲੱਗਦਾ ਰਿਹਾ ਬੇਅਦਬੀ ਦੀਆਂ ਘਟਨਾਵਾਂ ਲਈ ਅਕਾਲੀ ਦਲ ਜ਼ਿੰਮੇਵਾਰ ਰਿਹਾ ਤੁਹਾਡੀ ਸਰਕਾਰ ਜ਼ਿੰਮੇਵਾਰ ਰਹੀ ਕੀ ਤੁਹਾਡਾ ਇਸ ਬਾਰੇ ਕੀ ਵਿਚਾਰ ਨੇ ਮੈਂ ਤਾਂ ਪਹਿਲਾਂ ਇਹ ਕਹਿਣਾ ਚਾਹੂੰਗਾ ਵੀ 4.5 ਸਾਲ ਹੋ ਗਏ ਕਾਂਗਰਸ ਦੀ ਗਵਰਨਮੈਂਟ ਆਈ ਨੂੰ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਜਿਹੜੇ ਮੁੱਦੇ ਕਰੇ ਸੀ ਉਹ ਬੇਅਦਬੀ ਨਹੀਂ ਕੋਈ ਨਹੀਂ ਪੂਰਾ ਹੋਇਆ ਤੇ ਇਹਨਾਂ ਨੇ ਕਿਉਂ ਨਹੀਂ ਜੇ ਅਕਾਲੀ ਦਲ ਨੇ ਕਰਾਈ ਸੀ ਕਿਉਂ ਨਹੀਂ ਬੰਦੇ ਫੜੇ ਕਿਉਂ ਨਹੀਂ ਉਜਾਗਰ ਕਰੇ ਇਹ ਸਾਰਾ ਕਾਂਗਰਸ ਦਾ ਖੇਡ ਸੀ ਰਲੇ ਵੇ ਨੇ ਪਾਰਟੀਆਂ ਵਾਲੇ ਐਵੇਂ ਨਜਾਇਜ਼ ਬਦਨਾਮ ਕਰ ਰਿਹਾ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਇਹਨਾਂ ਨੇ ਜੋ ਕਿਹਾ ਉਹ ਵੀ ਬੇਅਦਬੀ ਸੀ ਵੱਡਾ ਹਮਲਾ ਬੋਲਿਆ ਢਿੱਲੋਂ ਸਾਹਿਬ ਨੇ ਸਾਡੇ ਨਾਲ ਕਾਂਗਰਸ ਦੇ ਨੁਮਾਇੰਦੇ ਵੀ ਜੁੜੇ ਹੋਏ ਨੇ ਕਾਂਗਰਸ ਨੂੰ ਕਚਹਿਰੀ 'ਚ ਹੀ ਖਿੱਚਿਆ ਉਹਨਾਂ ਨੇ ਵੀ ਤੁਸੀਂ ਇਹ ਮੁੱਦਾ ਲੈ ਕੇ ਆਏ ਸੀ ਵੀ ਅਸੀਂ ਬੇਅਦਬੀ ਦਾ ਇਨਸਾਫ ਦਿਵਾਵਾਂਗੇ ਕੀ ਕੀਤਾ ਪਰਮਿੰਦਰ ਸ਼ਰਮਾ ਜਿਹੜੇ ਸੀਨੀਅਰ ਕਾਂਗਰਸ ਆਗੂ ਨੇ ਸਾਡੇ ਨਾਲ ਮੌਜੂਦ ਨੇ ਸ਼ਰਮਾ ਜੀ ਬੜਾ ਵੱਡਾ ਉਹਨਾਂ ਨੇ ਸਵਾਲ ਕੀਤਾ ਰਿਪੂ ਢਿੱਲੋਂ ਨੇ ਤੁਸੀਂ ਹਜੇ ਤੱਕ ਹੱਲ ਕਿਉਂ ਨਹੀਂ ਕੀਤਾ ਦੇਖੋ ਜੀ ਇਸ ਤਰ੍ਹਾਂ ਹੈ ਕਿ ਸਭ ਤੋਂ ਪਹਿਲਾਂ ਤਾਂ ਮੈਂ ਕਹਿਣਾ ਚਾਹਾਂਗਾ ਕਿ ਬੇਅਦਬੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੀ ਹੋਈ ਸੀ ਉਹ ਅਕਾਲੀ ਦਲ ਤੇ ਭਾਜਪਾ ਸਰਕਾਰ ਦੇ ਮੌਜੂਦਾ ਸਮੇਂ ਦੌਰਾਨ ਹੋਈ ਸੀ ਉਸ ਤੋਂ ਬਾਅਦ 2.5 ਸਾਲ ਇਹਨਾਂ ਨੇ ਕਦੇ ਵੀ ਇਸ ਮੁੱਦੇ ਦੇ ਉੱਤੇ ਨਾ ਕੋਈ ਧਿਆਨ ਦਿੱਤਾ ਤੇ ਨਾ ਹੀ ਕਿਸੇ ਮੁਜਰਮ ਨੂੰ ਫੜਨ ਦੀ ਕੋਸ਼ਿਸ਼ ਕੀਤੀ ਲੇਕਿਨ ਉਸ ਤੋਂ ਬਾਅਦ ਮੇਰਾ ਖਿਆਲ ਹੈ ਵੀ ਜਿਹੜਾ 2.5 ਸਾਲਾਂ ਦੇ ਵਿੱਚ ਬਹੁਤ ਸਮਾਂ ਹੁੰਦਾ ਜਿਹੜੇ ਸਬੂਤ ਨੇ ਉਹਨਾਂ ਨੂੰ ਨਸ਼ਟ ਕਰਨ ਦਾ ਫਿਰ ਉਸ ਤੋਂ ਬਾਅਦ ਸਿੱਟ ਬਣਾਈਆਂ ਗਈਆਂ ਇਹਨਾਂ ਨੇ ਖੁਦ ਜੋਰਾ ਸਿੰਘ ਸਿੱਟ ਬਣਾਈ ਸੀ ਜੋਰਾ ਸਿੰਘ ਦੀ ਸਿੱਟ ਕੀ ਸੀ ਮੈਨੂੰ ਅਕਾਲੀ ਦਲ ਦਾ ਕੋਈ ਵੀ ਨੁਮਾਇੰਦਾ ਅੱਜ ਇਹ ਦੱਸ ਦੇ ਵੀ ਜੋਰਾ ਸਿੰਘ ਦੀ ਰਿਪੋਰਟ ਦੇ ਵਿੱਚ ਕੀ ਲਿਖਿਆ ਹੋਇਆ ਸੀ ਕਿਉਂਕਿ ਉਸ ਜਿਹੜੀ ਰਿਪੋਰਟ ਉਹਨਾਂ ਨੇ ਦਿੱਤੀ ਸੀ ਉਹਦੇ ਵਿੱਚ ਸਾਫ਼ ਲਿਖਿਆ ਗਿਆ ਸੀ ਕੌਣ ਹੈ ਕੌਣ ਨਹੀਂ ਹੈ ਸਭ ਕੁਝ ਉਹਦੇ ਵਿੱਚ ਸ਼ਰਮਾ ਜੀ ਤੁਹਾਡੀ ਸਰਕਾਰ ਨੇ ਕੀ ਕੀਤਾ 4.5 ਸਾਲ ਦਾ ਸਮਾਂ ਬੀਤ ਗਿਆ ਤੁਸੀਂ ਕੀ ਕੀਤਾ ਉਸੇ ਤੇ ਮੈਂ ਗੱਲ ਕਰਨ ਆ ਰਿਹਾ ਤੇ ਉਸ ਤੋਂ ਬਾਅਦ ਰਣਜੀਤ ਸਿੰਘ ਜੀ ਦੀ ਆਪਣਾ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਈ ਸਿੱਟ ਦੀ ਰਿਪੋਰਟ ਤੁਹਾਡੇ ਸਾਹਮਣੇ ਹੈ ਕੁੰਵਰ ਵਿਜੇ ਪ੍ਰਤਾਪ ਸਿੰਘ ਜਿਨ੍ਹਾਂ ਨੇ ਸਬਮਿਟ ਕੀਤੀ ਸੀ ਉਹ ਕੈਪਟਨ ਸਾਹਿਬ ਨੇ ਅੱਜ ਤੱਕ ਕਦੇ ਸਾਫ਼ ਉਹ ਖੁਦ ਕਹਿੰਦੇ ਸੀ ਵੀ ਮੈਂ ਉਹਨਾਂ ਦੇ ਵਿੱਚ ਉਹਨਾਂ ਨੇ ਕਦੇ ਦਖਲਅੰਦਾਜ਼ੀ ਨਹੀਂ ਕੀਤੀ ਵੀ ਆਜ਼ਾਦ ਪੱਖ ਦੇ ਤੌਰ ਤੇ ਆਜ਼ਾਦ ਸੋਚ ਦੇ ਤੌਰ ਤੇ ਤੁਸੀਂ ਇਸ ਨੂੰ ਪ੍ਰੂਵ ਕਰੋ ਲੇਕਿਨ ਸਾਨੂੰ ਪਤਾ ਨਹੀਂ ਸੀ ਕੈਪਟਨ ਸਾਹਿਬ ਨੂੰ ਵੀ ਨਹੀਂ ਪਤਾ ਸੀਗਾ ਕਿ ਕੁੰਵਰ ਵਿਜੇ ਪ੍ਰਤਾਪ ਦੀ ਸੱਟੀ ਆਪ ਨਾਲ ਹੈ ਉਹਨਾਂ ਨੇ ਜਾਣ ਬੁੱਝ ਕੇ ਸਿੱਟ ਦੀ ਰਿਪੋਰਟ ਇਹੋ ਜਿਹੀ ਬਣਾਈ ਕਿ ਜਿਹੜੀ ਜਾਂਦੀ ਹੀ ਹਾਈ ਕੋਰਟ ਦੇ ਵਿੱਚ ਖਾਰਜ ਹੋ ਜੇ ਕਿਉਂਕਿ ਉਹਨੇ ਦੋਨੇ ਪਾਰਟੀਆਂ ਆਪੋਜੀਸ਼ਨ ਵਾਲੀਆਂ ਸਾਰੀਆਂ ਟਾਰਗੇਟ ਤੇ ਰੱਖ ਕੇ ਰੱਖੀਆਂ ਹੋਈਆਂ ਸੀ ਲੇਕਿਨ ਇੱਕ ਪਾਰਟੀ ਜਿਹੜੀ ਸੀ ਜੁਆਇਨ ਕਰਨੀ ਸੀ ਉਹਨੂੰ ਫਾਇਦਾ ਪਹੁੰਚਾਉਣ ਦੀ ਖਾਤਰ ਇਹੋ ਜਿਹੀ ਰਿਪੋਰਟ ਬਣਾਈ ਤਾਂ ਕਿ ਦੋਨੇ ਪਾਰਟੀਆਂ ਬਦਨਾਮ ਹੋ ਕੇ ਤਾਂ ਆਪ ਨੂੰ ਫਾਇਦਾ ਪਹੁੰਚੇ ਔਰ ਲੇਕਿਨ ਮੈਂ ਇਹ ਅੱਜ ਦੀ ਤਾਰੀਖ ਦੇ ਵਿੱਚ ਵੀ ਪੂਰਾ ਵਿਸ਼ਵਾਸ ਕਰਦਾ ਕਿ ਆਉਣ ਵਾਲੇ ਕੁਝ ਹੀ ਦਿਨਾਂ ਦੇ ਵਿੱਚ ਕਿਉਂਕਿ ਰਿਪੋਰਟ ਆਲਰੇਡੀ ਸਿੱਟ ਬੈਠ ਚੁੱਕੀ ਹੈ ਉਹਨਾਂ ਨੂੰ 2 ਮਹੀਨੇ ਦਾ 3 ਮਹੀਨੇ ਦਾ ਵੱਧ ਤੋਂ ਵੱਧ ਸਮਾਂ ਲੱਗਣਾ ਰਿਪੋਰਟ ਦੇ ਕੇ ਜਿਹੜੇ ਵੀ ਬੇਅਦਬੀ ਦੇ ਮੁਜਰਮ ਨੇ ਬਹੁਤ ਜਲਦੀ ਉਸ ਲਾਖਾਂ ਦੇ ਪਿੱਛੇ ਹੋਣਗੇ ਬੜਾ ਵੱਡਾ ਮੁੱਦਾ ਉਠਾਇਆ ਆਪ ਨੂੰ ਹੀ ਕਟਹਿਰੇ ਦੇ ਵਿੱਚ ਖਿੱਚਿਆ ਸਾਡੇ ਨਾਲ ਆਪ ਦੇ ਵੀ ਨੁਮਾਇੰਦੇ ਜੁੜੇ ਹੋਏ ਨੇ ਬੜਾ ਵੱਡਾ ਸਵਾਲ ਕੀਤਾ ਕਾਂਗਰਸ ਨੇ ਵੀ ਕੁੰਵਰ ਵਿਜੇ ਪ੍ਰਤਾਪ ਦਾ ਆਪ 'ਚ ਨਾਲ ਦੀ ਨਾਲ ਐਂਟਰੀ ਰਿਜ਼ਾਈਨ ਕਰਕੇ ਉਹਨਾਂ ਨੇ ਇੱਕ ਸ਼ੱਕ ਦਾ ਪ੍ਰਸ਼ਨ ਚਿੰਨ੍ਹ ਪੈਦਾ ਕੀਤਾ ਆਪ ਤੇ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਤਾਂ ਮੈਂ
ਅਜੀਤ ਸਮਾਚਾਰ ਦੀ ਟੀਮ ਨੂੰ ਫਤਿਹ ਬੁਲਾਉਣਾ। ਮੇਰਾ ਨਾਮ ਸੰਤਪਾਲ ਸਿੰਘ ਹੈ ਤੇ ਆਮ ਆਦਮੀ ਪਾਰਟੀ ਦਾ ਮੈਂ ਜੁਆਇੰਟ ਸਕੱਤਰ ਹਾਂ ਜ਼ਿਲ੍ਹਾ ਸੰਗਰੂਰ ਦਾ ਕਿਸਾਨ ਸੈੱਲ ਦਾ। ਜੋ ਵੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ, ਜੇ ਆਪਾਂ ਇਹਨਾਂ ਨੂੰ ਥੋੜ੍ਹਾ ਜਿਹਾ ਵਿਚਾਰ ਕਰੀਏ ਨਾ, 1 ਤਰੀਕ ਨੂੰ ਗੁਰੂ ਗ੍ਰੰਥ ਸਾਹਿਬ ਦਾ 1 ਜੂਨ 2015 ਨੂੰ ਸਰਦਾਰ ਜੀ ਆਪਾਂ ਸੀਮਤ ਚ ਗੱਲ ਚ ਮੈਂ ਉਹਨਾਂ ਨੇ ਛੋਟੇ ਤੇ ਕਿਉਂਕਿ ਜੋ ਸਵਾਲ ਉਠਾਇਆ ਮੈਂ ਉਹਦਾ ਜਵਾਬ ਦੇਣਾ ਨਾ, ਤੇ ਮੈਨੂੰ ਸਿਰਫ 2 ਮਿੰਟ। ਤੇ ਉਹ ਜੇ ਘਟਨਾਵਾਂ ਦੇਖੀਏ ਨਾ, 1 ਜੂਨ ਨੂੰ 2015 ਨੂੰ ਗੁਰੂ ਸਾਹਿਬ ਦਾ ਸਰੂਪ ਚੋਰੀ ਹੋਣਾ, ਤੇ ਉਦੋਂ ਬਾਅਦ 10 ਜਾਂ 11 ਦੀ ਸ਼ਾਮ ਨੂੰ ਉਹਨਾਂ ਨੇ 10 ਤਰੀਕ ਨੂੰ ਪੋਸਟਰ ਲਾ ਦੇਣੇ। ਪੋਸਟਰ ਲਾਉਣ ਤੋਂ ਬਾਅਦ ਉਸ ਤੋਂ ਬਾਅਦ 12 ਤਰੀਕ ਨੂੰ ਗਲੀਆਂ ਦੇ ਵਿੱਚ ਗੁਰੂ ਸਾਹਿਬ ਦੇ ਅੰਗ ਖਿਲਾਰੇ ਜਾਣੇ। ਇਹਦੇ ਵਿੱਚ 1 ਜੂਨ ਤੋਂ ਲਾ ਕੇ 12 ਜੂਨ ਦੇ ਵਿੱਚ 12 ਦਿਨ ਸੀਗੇ। ਉਹ 12 ਦਿਨਾਂ ਦੇ ਵਿੱਚ ਸਰਕਾਰ ਵੱਲੋਂ ਕੋਈ ਵੀ ਉਪਰਾਲਾ ਨਹੀਂ ਕੀਤਾ ਗਿਆ, ਜਦ ਕਿ ਪਿੰਡ ਦੇ ਲੋਕ ਕਹਿ ਰਹੇ ਸੀ ਕਿ 10-12 ਘਰਾਂ ਦੇ ਵਿੱਚ। ਸਵਾਲ ਇਹ ਆ, ਕਾਂਗਰਸ ਪਾਰਟੀ ਨੇ ਦੋਸ਼ ਲਾਇਆ ਵੀ ਆਪ ਤੇ ਅਕਾਲੀ ਦਲ ਮਿਲੇ ਹੋਏ ਨੇ। ਕੁੰਵਰ ਵਿਜੇ ਪ੍ਰਤਾਪ ਉਹ ਸਿੱਟ ਦੇ ਇੰਚਾਰਜ ਸੀ, ਤੁਸੀਂ ਕੁੰਵਰ ਵਿਜੇ ਪ੍ਰਤਾਪ ਨੂੰ ਆਪ ਦੇ ਆਗੂ ਨੇ, ਤੁਸੀਂ ਇਸ ਬਾਰੇ ਦੱਸੋ। ਹਾਂਜੀ, ਕੁੰਵਰ ਵਿਜੇ ਪ੍ਰਤਾਪ ਦਾ ਜੇ ਆਪਾਂ ਟਰੈਕ ਰਿਕਾਰਡ ਦੇਖੀਏ, ਅੱਜ ਤੱਕ ਦਾ ਬੇਦਾਗ ਉਹਦਾ ਟਰੈਕ ਰਿਕਾਰਡ ਹੈ ਜੀ। ਅੱਜ ਤੱਕ ਉਹਨਾਂ ਦੇ ਕਦੇ ਵੀ ਭ੍ਰਿਸ਼ਟਾਚਾਰ ਦਾ ਜਾਂ ਕਿਸੇ ਵੀ ਮੁੱਦੇ ਨੂੰ ਗਲਤ ਹੈਂਡਲ ਕਰਨ ਦਾ ਇਲਜ਼ਾਮ ਨਹੀਂ। ਇਹਨੂੰ ਸ਼ੁਰੂ ਦੇ ਵਿੱਚ ਉਹਨਾਂ ਨੇ ਇੱਕ ਕਿਡਨੀ ਸਕੈਂਡਲ ਸੀ ਜਿਹੜਾ, ਉਹ ਉਹਨਾਂ ਨੇ ਟਰੈਕ ਕੀਤਾ ਸੀ, ਤੇ ਉਹਨਾਂ ਨੂੰ ਇੱਕ ਬਹੁਤ ਹੀ ਵਧੀਆ ਕਾਬਲ ਅਫਸਰ ਦੇਖਣ ਦੇ ਹੋਏ ਕੈਪਟਨ ਸਾਹਿਬ ਨੇ ਉਹਨਾਂ ਨੂੰ ਸਿੱਟ ਦੇ ਵਿੱਚ ਲਿਆ ਸੀ। ਉਹ ਜੋ ਵੀ ਉਹਨਾਂ ਦਾ ਅੱਜ ਤੱਕ ਦਾ, ਜਦੋਂ ਉਹਨਾਂ ਤੇ ਕੋਈ ਦਾਗ ਹੀ ਨਹੀਂ ਹੈਗਾ, ਤੇ ਉਹ ਜਦੋਂ ਉਸ ਬੰਦੇ ਦੀ ਰਿਪੋਰਟ ਕੀਤੀ, ਕਤਰੀ ਮਿਹਨਤ, ਜਦੋਂ ਉਹਨੇ ਜਾ ਕੇ ਉਹਨਾਂ ਦੇ ਗੁਲਾਮੇ ਨੂੰ, ਦੋਸ਼ੀਆਂ ਦੇ ਨੂੰ ਹੱਥ ਪਾਉਣਾ ਸੀ, ਉਸ ਟਾਈਮ ਤੇ ਕਾਂਗਰਸ ਸਰਕਾਰ ਵੱਲੋਂ ਇੱਕ ਅਜਿਹਾ ਵਕੀਲ ਨੂੰ, ਸੋਲਿਸਿਟਰ ਜਨਰਲ ਨੂੰ ਭੇਜ ਕੇ ਇੱਕ ਆਮ ਮੁੱਦੇ ਦੀ ਤਰ੍ਹਾਂ ਨੂੰ ਹੈਂਡਲ ਕਰਨਾ, ਜਿਹੜੇ ਸੋਲਿਸਿਟਰ ਜਨਰਲ ਨੇ ਸਾਰੇ ਕੇਸ ਹਾਰੇ ਨੇ, ਅੱਜ ਤੱਕ ਇੱਕ ਵੀ ਕੇਸ ਨਹੀਂ ਜਿੱਤਿਆ, ਜਦ ਕਿ ਵਧੀਆ ਵਕੀਲਾਂ ਦਾ ਪੈਨਲ ਵੀ ਬਣਾਇਆ ਜਾ ਸਕਦਾ ਸੀ, ਕਿਉਂਕਿ ਬੇਅਦਬੀ ਦਾ ਮੁੱਦਾ ਬਹੁਤ ਵੱਡਾ ਮੁੱਦਾ ਸੀ। ਸਰਦਾਰ ਸਾਹਿਬ ਸਵਾਲ ਤਾਂ ਇਹ ਵੀ ਉੱਠਦਾ, ਕੁੰਵਰ ਵਿਜੇ ਪ੍ਰਤਾਪ ਆਪ ਇੱਕ ਸੀਨੀਅਰ ਅਫਸਰ ਸੀ, IG ਸੀ, ਉਹ ਕੀ ਕਾਰਨ ਹੈ ਚਲਾਨ ਪੇਸ਼ ਕਰਨ ਚ ਕੀ ਕਮੀਆਂ ਰਹੀਆਂ, ਉਸ ਗੱਲ ਇੱਥੇ ਡਿਸਕਸ ਹੋ ਰਹੀ ਆ। ਕਿਉਂਕਿ ਜੋ ਸੋਲਿਸਿਟਰ ਜਨਰਲ ਸੀ ਜਾਂ ਸਰਕਾਰ ਦੀ ਤਰਫੋਂ ਜਿਹੜੇ ਵਕੀਲ ਸੀਗੇ, ਜਿਨ੍ਹਾਂ ਨੂੰ ਕੋਲ ਉਹਨਾਂ ਨੇ ਪੇਸ਼ ਕਰਨਾ ਸੀ ਚਲਾਨ, ਜਦੋਂ ਉਹਨਾਂ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਸਹਿਯੋਗ ਹੀ ਨਹੀਂ ਕੀਤਾ, ਉਹ 5 ਸਟਾਰ ਹੋਟਲਾਂ ਦੇ ਵਿੱਚ ਉਹਨਾਂ ਨੂੰ ਰੱਖਣਾ ਪੈਂਦਾ ਸੀ, ਖਰਚਾ ਹੁੰਦਾ ਸੀ। ਗੱਲ ਘੁਮਾ ਫਿਰਾ ਕੇ ਆਪ ਦੇ ਆਗੂ ਉੱਥੇ ਹੀ ਲੈ ਕੇ ਆ ਰਹੇ ਨੇ। ਕਹਿੰਦੇ ਕੁੰਵਰ ਵਿਜੇ ਪ੍ਰਤਾਪ ਇਮਾਨਦਾਰ ਅਫਸਰ ਸੀ, ਸਾਡੇ ਨਾਲ ਹੋਰ ਵੀ ਆਗੂ ਜੁੜੇ ਹੋਏ ਨੇ। ਭਾਜਪਾ ਜਿਹੜੀ ਇੱਕ ਮਹਿਮ ਧਿਰਾ ਹਿੰਦੁਸਤਾਨ ਦੇ ਵਿੱਚ ਰਾਜ ਕਰ ਰਹੀ ਆ, ਪੰਜਾਬ ਦੇ ਵਿੱਚ ਵੀ ਇਸ ਟਾਈਮ ਬੜਾ ਅਕਸਰ ਸੁਰਖੀਆਂ ਦੇ ਵਿੱਚ ਹੀ ਰਹਿ ਰਹੀ ਆ। ਸਾਡੇ ਨਾਲ ਮੌਜੂਦ ਨੇ ਅਮਨਦੀਪ ਸਿੰਘ ਪੂਨੀਆ, ਭਾਜਪਾ ਦੇ ਸੂਬਾਈ ਆਗੂ ਨੇ, ਗੱਲਬਾਤ ਕਰਦੇ ਆ। ਅਮਨ ਜੀ, ਕੀ ਕਾਰਨ ਰਹੇ, ਤੁਸੀਂ ਕੀ ਸਮਝਦੇ ਹੋ, ਕਿਹੜੀ ਧਿਰ ਦੋਸ਼ੀ ਰਹੀ ਆ? ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਅਜੀਤ ਵੈਬ ਟਾਈਮ ਦਾ ਕਿ ਜਿਹੜੇ ਅੱਜ ਇਸ ਵਿਸ਼ੇ ਨੂੰ ਲੈ ਕੇ ਸਾਡੇ ਸੰਗਰੂਰ ਲੋਕਾਂ ਦੀ ਕਚਹਿਰੀ ਵਿੱਚ ਆਏ ਹੈ। ਦੂਸਰੀ ਗੱਲ ਮੈਂ ਕਰਦਾ ਬੇਅਦਬੀ ਦੀ, ਬੜਾ ਵੱਡਾ ਮਸਲਾ, ਇਹਨੂੰ ਲੈ ਕੇ ਸਰਕਾਰਾਂ ਬਣਦੀਆਂ ਰਹੀਆਂ ਨੇ ਤੇ ਅੱਗੇ ਬਣਦੀਆਂ ਰਹਿਣਗੀਆਂ। ਅਕਾਲੀ ਦਲ ਤੇ ਕਾਂਗਰਸ ਹਮੇਸ਼ਾ ਆਮਣੇ ਸਾਹਮਣੇ ਰਹੇ ਆ, ਜੋ ਕਿ ਆਪਾਂ ਹੁਣ ਦੇਖਦੇ ਹਾਂ, ਹੁਣ ਵੀ ਹੈ। ਪਰ ਮੈਂ ਬੇਨਤੀ ਕਰਦਾ, ਅਕਾਲੀ ਦਲ ਦੇ ਵੀਰ ਵੀ ਖੜੇ ਆ, ਕਾਂਗਰਸ ਦੇ ਵੀ ਖੜੇ ਆ, ਇਹਦੇ ਤੇ ਇਹਨਾਂ ਨੇ ਸਰਕਾਰ ਬਣਾਈ ਹੈ ਤਾਂ ਸ਼ਾਇਦ ਅੱਗੇ ਨੂੰ ਵੀ ਬਣਨ। ਮੈਨੂੰ ਇਹੀ ਦੱਸ ਦੇਣ ਵੀ ਕਿੰਨੇ ਪਰਚੇ ਦਰਜ ਹੋਏ ਹੈ, ਕਿਹੜੇ ਪਿੰਡਾਂ 'ਚ ਬੇਅਦਬੀ ਹੋਈ ਹੈ, ਸਰਕਾਰ ਬਣੀ ਹੈ ਤਾਂ ਅੱਗੇ ਨੂੰ ਵੀ ਬਣੂਗੀ, ਤੇ ਕਿੰਨੀ ਸਿੱਟਾਂ ਬਣੀਆਂ ਸੀਗੀਆਂ, ਕਿਹੜੇ ਪਿੰਡਾਂ 'ਚ ਨੇ, ਇਹੀ ਪੁੱਛ ਕੇ ਦੱਸ ਦਿਓ, ਕਿਉਂਕਿ ਇਹਨਾਂ ਨੇ ਅਕਾਲੀ ਦਲ ਦੀ ਸਿਆਸਤ ਕਰਦੇ ਆ, ਅਕਾਲੀ ਦਲ ਤੇ ਰਾਜਨੀਤੀ ਕਰਦੇ ਆ। ਇਹੀ ਦੱਸਣ ਇਹ ਕਿਹੜੇ ਪਿੰਡਾਂ 'ਚ ਕੀ ਪਰਚੇ ਹੋਏ ਸੀ, ਕਿੱਥੋਂ ਅੰਗ ਚੋਰੀ ਹੋਏ ਸੀ ਤੇ ਕਿੱਥੇ ਖਿਲਾਰੇ ਗਏ ਸੀ। ਅੱਜ ਖਾਸ ਤੌਰ ਤੇ ਇੱਕ ਵਿਲੱਖਣ ਗੱਲ ਇਹ ਰਹੀ ਆ, ਅਕਾਲੀ ਦਲ ਦੀ ਜਿਹੜੀ ਇੱਕ ਅਹਿਮ ਆਗੂ ਸੀ ਸਰਦਾਰ ਸੁਖਦੇਵ ਸਿੰਘ ਢੀਂਡਸਾ, ਸੰਗਰੂਰ ਜ਼ਿਲ੍ਹੇ ਨੂੰ ਬਿਲੋਂਗ ਕਰਦੇ ਨੇ, ਉਹਨਾਂ ਦੀ ਪਾਰਟੀ ਦੇ ਆਗੂ ਵੀ ਖੜੇ ਨੇ, ਅਕਾਲੀ ਦਲ ਸੰਯੁਕਤ ਦੇ ਆਗੂ ਖੜੇ ਨੇ, ਜਸਵਿੰਦਰ ਸਿੰਘ ਪ੍ਰਿੰਸ ਖੜੇ ਨੇ। ਕਿਉਂਕਿ ਦੋਸਤੋ ਜ਼ਿਕਰਯੋਗ ਗੱਲ ਇਹ ਆ ਵੀ ਢੀਂਡਸਾ ਸਾਹਿਬ ਨੇ ਇਹ ਸਵਾਲ ਉਠਾਏ ਸੀ ਵੀ ਬੇਅਦਬੀ ਦੀਆਂ ਘਟਨਾਵਾਂ ਤੇ ਇਨਸਾਫ ਨਹੀਂ ਹੋਇਆ, ਉਹਨਾਂ ਨੇ ਪਾਰਟੀ ਚੋਂ ਅਲੱਗ ਹੋਏ ਨੇ। ਅਸੀਂ ਪ੍ਰਿੰਸ ਜੀ ਨੂੰ ਵੀ ਪੁੱਛਦੇ ਹਾਂ ਵੀ ਕੀ ਕਾਰਨ ਰਹੇ ਨੇ। ਸਭ ਤੋਂ ਪਹਿਲਾਂ ਫਤਿਹ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਜਿਹੜੇ ਮੇਰੇ ਵੀਰ ਅਕਾਲੀ ਦਲ ਤੋਂ ਰਿਪਰੈਜ਼ੈਂਟੇਟਿਵ ਢੱਲੋਂ ਨੇ ਗੱਲ ਕਹੀ ਹੈ ਵੀ ਪਾਰਟੀਆਂ ਆਪਸ ਮਿਲੀਆਂ ਹੋਈਆਂ, ਬਰਗਾੜੀ ਕਾਂਡ ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਇਕੱਲੀ ਉੱਥੇ ਨਹੀਂ ਹੋਈ, ਹੋਰ ਹੀ ਬੜੀ ਥਾਵਾਂ 'ਤੇ ਹੋ ਰਹੀ ਹੈ। ਮੈਂ ਰਿਪੂ ਵੀਰ ਨੂੰ ਪੁੱਛਣਾ ਚਾਹੁੰਦਾ, ਅਕਾਲੀ ਦਲ ਨੂੰ ਪੁੱਛਣਾ ਚਾਹੁੰਦਾ ਵੀ ਉਹ ਦੱਸਣ ਕਿਹੜੀ ਪਾਰਟੀਆਂ ਕਿਹੜੇ ਨਾਲ ਰਲੀਆਂ ਹੋਈਆਂ। ਗੁਰੂ ਗ੍ਰੰਥ ਸਾਹਿਬ ਆਪਣੇ ਆਪ 'ਚ ਇੱਕ ਸੰਪੂਰਨ ਸ਼ਕਤੀ ਹੈ, ਸੰਪੂਰਨ ਜੋਤ ਹੈ। ਉਹਨਾਂ ਨੇ ਸਹੁੰਆਂ ਚੱਕੀਆਂ, ਕਾਂਗਰਸ ਪਾਰਟੀ ਨੇ ਬਾਦਲ ਦੇ ਖਿਲਾਫ ਗੁਟਕਾ ਸਹੁੰਆਂ ਵੀ ਅਸੀਂ ਜੋ ਹੈ ਕਾਨੂੰਨੀ ਕਾਰਵਾਈ ਕਰਾਵਾਂਗੇ, ਉਹ ਨਹੀਂ ਹੋਈਆਂ। ਬਾਦਲ ਉਹਦੀ ਗ੍ਰਹਿ ਮੰਤਰੀ ਰਹੇ, ਜਿੱਥੇ ਤਾਂ ਮਹਾਰਾਜ ਦੀਆਂ ਬੇਦਬੀਆਂ ਹੋਈਆਂ ਉੱਥੇ ਗੋਲੀਆਂ ਚੱਲੀਆਂ, ਨੌਜਵਾਨਾਂ ਦੀਆਂ ਮੌਤਾਂ ਵੀ ਹੋਈਆਂ। ਮੈਂ ਤਾਂ ਸਮਝਦਾ ਇਹ ਸਿਰਫ ਤੇ ਸਿਰਫ ਸਿਆਸਤ ਤੋਂ ਭਾਰੂ ਚੀਜ਼ਾਂ ਨੇ। ਇਹਨਾਂ ਨੂੰ ਕੋਈ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਨਹੀਂ ਹੈ, ਕੋਈ ਗੁਰੂ ਗ੍ਰੰਥ ਸਾਹਿਬ ਸਤਿਕਾਰ ਨਹੀਂ ਹੈ। ਇਹਨਾਂ ਦੇ ਸਿਰਫ ਕਾਇਮ ਵੋਟਾਂ ਤੇ ਨੋਟ, ਵੋਟ ਤੇ ਨੋਟ ਨੇ ਜ਼ਿੰਦਗੀ ਇੱਕ ਮਨੋਰਥ ਰਹਿ ਗਿਆ।
ਸ਼੍ਰੋਮਣੀ ਕਮੇਟੀ ਦੇ ਬਾਦਲ ਦਾ ਰਾਜ ਹੈ। ਮੈਂ ਪੁੱਛਣਾ ਚਾਹੁੰਦਾ, ਗੁਰੂ ਗ੍ਰੰਥ ਸਾਹਿਬ 328 ਸਰੂਪ ਚੋਰੀ ਹੋਏ, ਉਸ ਤੋਂ ਬਾਅਦ ਉਸ 'ਤੇ ਅਕਾਲੀ ਦਲ ਨੇ ਕੀ ਐਕਸ਼ਨ ਲਿਆ ਹੁਣ ਤੱਕ? ਉਹ ਤਾਂ ਸਾਰਾ ਕੁਝ ਇਹਨਾਂ ਦੇ ਹੱਥ 'ਚ ਹੈ ਨਾ। ਅੱਜ ਗੁਰਦੁਆਰਾ ਗੁਰੂ ਨਾਨਕਪੁਰ ਦੀ ਸਾਡੇ ਕੋਲ ਸੇਵਾ ਹੈ, ਇੱਥੇ ਸ਼੍ਰੋਮਣੀ ਕਮੇਟੀ ਭੇਜਦੀ ਹੈ, ਜਾ ਕੇ ਸਰੂਪ ਚੈੱਕ ਕਰਕੇ ਆਓ। ਮੈਂ ਪੁੱਛਣਾ ਚਾਹੁੰਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ 328 ਸਰੂਪਾਂ ਦਾ ਹਿਸਾਬ ਹੋਵੇ। ਜੋਲੀਆਂ ਸਾਡੇ ਜ਼ਿਲ੍ਹੇ 'ਚ ਹੁਣ ਕਾਂਡ ਹੋਇਆ ਪਿੱਛੇ ਤਾਜ਼ਾ, ਕੈਪਟਨ ਦੇ ਕੋਠੀ ਤੋਂ 38-40 ਕਿਲੋਮੀਟਰ ਹੋਵੇ, ਕੈਪਟਨ ਦੀ ਇੱਕ ਵਾਰ ਦੇ ਹਾਜ਼ਰੀ ਨਾ ਹੋਵੇ, ਉਹਨਾਂ ਦੀ ਸਰਕਾਰ ਦੀ ਇੱਕ ਹਾਜ਼ਰੀ ਨਾ ਹੋਵੇ। ਗੁਟਕਾ ਸਹੁੰ ਚੱਕਣੀ ਬੜੀ ਸੌਖੀ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਸਤਿਕਾਰ ਇੱਕ ਗੁਰਸਿੱਖ ਕਰ ਸਕਦਾ ਹੈ, ਕੋਈ ਪਾਰਟੀ ਨਹੀਂ ਕਰ ਸਕਦੀ। ਪਾਰਟੀਆਂ ਦਾ ਮਿਲੇ ਹੋਣਾ ਨਾ ਮਿਲੇ ਹੋਣਾ ਇਸ ਚੀਜ਼ ਦਾ ਸਵਾਲ ਨਹੀਂ ਹੈ। ਮੈਂ ਅਕਾਲੀ ਦਲ ਕਾਂਗਰਸ ਨੂੰ ਇਹ ਕੁਐਸਚਨ ਪੁੱਟ ਕਰਦਾ ਵੀ ਮੈਨੂੰ ਦੱਸਣ ਕਿਹੜੀਆਂ ਪਾਰਟੀਆਂ ਕਿਹਦੇ ਨਾਲ ਮਿਲੀਆਂ ਹੋਈਆਂ। ਜਿੱਥੇ ਦੀ ਸੁਖਦੇਵ ਸਿੰਘ ਢੀਂਡਸਾ ਦੀ ਗੱਲ, ਇਲੈਕਸ਼ਨ ਤੋਂ ਪਹਿਲਾਂ ਗੁਰਦੁਆਰਾ ਨਨਕਾਣਾ ਸਾਹਿਬ, ਤੁਸੀਂ ਵੀ ਤਾਂ ਸਾਰੀ ਅਜੀਤ ਟੀਮ ਇਸ ਚੀਜ਼ ਦੀ ਗਵਾਹ ਹੋਵੇਗੀ, ਉਹਨਾਂ ਗੁਰਦੁਆਰਾ ਸੰਗਤ ਤੋਂ ਮਾਫੀ ਮੰਗੀ ਵੀ ਅਸੀਂ ਇਸ ਸਰਕਾਰ ਦੇ ਮੈਂਬਰ ਹਾਂ, ਅਸੀਂ ਗੁਨਾਹਗਾਰ ਫੜ ਨਹੀਂ ਪਾ ਰਹੇ, ਅਸੀਂ ਇਸ ਚੀਜ਼ ਦੀ ਮਾਫੀ ਮੰਗਦੇ ਹਾਂ ਲੋਕਾਂ ਤੋਂ। ਕੀ ਸੁਖਬੀਰ ਸਿੰਘ ਬਾਦਲ ਦਾ ਮਾਫੀ ਮੰਗਣਾ ਫਰਜ਼ ਨਹੀਂ ਮੰਨਦਾ? ਜੋ ਸਰਕਾਰ ਦਾ ਮੁੱਖ ਮੰਤਰੀ ਵੀ ਪਰਿਵਾਰ ਦਾ ਹੋਵੇ, ਗ੍ਰਹਿ ਮੰਤਰੀ ਪਰਿਵਾਰ ਦਾ ਹੋਵੇ, ਕੈਬਨਿਟ ਵੀ ਪਰਿਵਾਰ 'ਚ ਹੋਣ, ਜਵਾਈ ਹੋਣ, ਸਾਲੇ ਜੋ ਸਾਰੇ ਕੈਬਨਿਟ 'ਚ ਹੋਣ, ਅਤੇ ਇਹਨਾਂ ਤੋਂ ਵੀ ਦੋਸ਼ੀ ਨਾ ਫੜੇ ਜਾਣ। ਇਹ ਆਪਣੇ ਵੋਟਾਂ ਸਵਾਲੀਆਂ ਨਿਸ਼ਾਨ ਹੈ। ਇਹ ਆਪੇ ਹੀ ਸਭ ਕੁਝ ਕਰਵਾ ਕੇ ਬੜਾ ਵੱਡਾ ਕਟਹਿਰੇ 'ਚ ਖੜਾ ਕੀਤਾ। ਸਾਡੇ ਨਾਲ ਪੰਥਕ ਧਿਰਾਂ ਦੇ ਵੀ ਨੁਮਾਇੰਦੇ ਜੁੜੇ ਨੇ। ਜਥੇਦਾਰ ਗੁਰਨੈਬ ਸਿੰਘ ਰਾਮਪੁਰਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਰੀਪ੍ਰਜੈਂਟ ਕਰਦੇ ਨੇ। ਅਸੀਂ ਗੱਲਬਾਤ ਕਰਦੇ ਹਾਂ। ਰਾਮਪੁਰਾ ਜੀ, ਦੇਖਿਆ ਤਿੰਨਾਂ ਧਿਰਾਂ ਨੇ ਇੱਕ ਦੂਜੇ ਦੇ ਦੋਸ਼ ਲਾਏ ਨੇ। ਕਾਂਗਰਸ ਨੇ ਆਪ ਨੂੰ ਵੀ ਕਟਹਿਰੇ 'ਚ ਖਿੱਚਿਆ, ਆਪ ਨੇ ਕਾਂਗਰਸ ਤੇ ਅਕਾਲੀ ਦਲ ਨੂੰ ਖਿੱਚਿਆ, ਅਕਾਲੀ ਦਲ ਸੰਯੁਕਤ ਨੇ ਵੀ ਮੋਰਚਾ ਸਾਂਭਿਆ। ਉਹਨਾਂ ਨੇ ਕਿਹਾ ਵੀ ਇਹ ਵੀ ਦੋਸ਼ੀ ਨੇ। ਤੁਹਾਡਾ ਕੀ ਇਹਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਵੀ ਕਿਹੜੀ ਧਿਰ ਦੋਸ਼ੀ ਰਹੀ ਆ? ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ 2015 ਦੇ ਵਿੱਚ, ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਦਾ ਪੰਜਾਬ ਦੇ ਉੱਤੇ ਰਾਜ ਸੀਗਾ, ਉਹਦੇ ਰਾਜ ਭਾਗ ਦੇ ਵਿੱਚ ਬੇਅਦਬੀ ਹੋਈ ਹੈ। ਸਰਸੇ ਵਾਲਿਆਂ ਦਾ ਸਪਸ਼ਟ ਰੂਪ ਦੇ ਵਿੱਚ ਅੱਜ ਸਾਰੇ ਉਹਨਾਂ ਦੀ ਤਬਦੀਸ਼ ਦੇ ਵਿੱਚ ਸਾਰਾ ਕੁਝ ਸਾਹਮਣੇ ਆ ਚੁੱਕਾ ਗਾ, ਪੰਥ ਦੇ, ਕੌਮ ਦੇ, ਕਿ ਕਿਹੜੇ ਲੋਕ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਚੋਰੀ ਕੀਤਾ, ਕਿਹੜੇ ਲੋਕ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਅੰਗ ਕਰਕੇ ਗਲੀਆਂ ਦੇ ਵਿੱਚ ਸਿੱਟਿਆ ਗਿਆ। ਉਹ ਪੂਰੇ ਦਾ ਪੂਰਾ ਅੱਜ ਤਬਦੀਸ਼ਾਂ ਦੇ ਸਾਹਮਣੇ ਬਾਈ ਰਿਕਾਰਡ ਸਾਡੇ ਕੋਲੇ ਹੈ ਕਿ ਕਿਹੜੇ ਦੋਸ਼ ਪ੍ਰਕਾਸ਼ ਸਿੰਘ ਬਾਦਲ, ਸਮੇਤ ਸਿੰਘ ਸੈਣੀ, ਸੁਖਬੀਰ ਸਿੰਘ ਬਾਦਲ ਸਾਰਿਆਂ ਦੇ ਨਾਂ ਨੇ। ਪਰ ਇਹ ਸਰਕਾਰਾਂ ਮਿਲ ਕੇ ਚੱਲਦੀਆਂ ਨੇ। ਜੇ 4.5 ਸਾਲ ਕਾਂਗਰਸ ਨੂੰ ਹੋ ਗਏ, ਕੱਖ ਕਾਂਗਰਸ ਨੇ ਵੀ ਨਹੀਂ ਕੀਤਾ ਹੈਗਾ। ਕਾਂਗਰਸ ਵੀ ਓਡੀ ਭਾਗੀ ਹੈ ਜਿੱਡੀ ਪ੍ਰਕਾਸ਼ ਸਿੰਘ ਬਾਦਲ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਤਾਂ ਸਾਰਿਆਂ ਦਾ ਗੁਰੂ ਹੈ, ਸਿੱਖਾਂ ਦਾ, ਸਾਰੀ ਕੌਮ ਦਾ, ਸਾਰੀ ਮਾਨਵਤਾ ਦਾ, ਸਾਰੀ ਦੁਨੀਆ ਦਾ। ਇਹਦੇ ਵਿੱਚ ਤਾਂ ਕੋਈ ਫਰਕ ਨਹੀਂ ਰਹਿਣਾ ਚਾਹੀਦਾ। ਪਹਿਲਾਂ ਸਾਨੂੰ ਗੁਰੂ ਦਾ ਸਤਿਕਾਰ ਬਹਾਲ ਕਰਾਉਣਾ ਚਾਹੀਦਾ ਗਾ, ਬਾਅਦ ਦੇ ਵਿੱਚ ਸਾਨੂੰ ਕੋਈ ਹੋਰ ਸੋਚਦੀਆਂ ਸਿਆਸਤਾਂ ਕਰਨੀਆਂ ਚਾਹੀਦੀਆਂ ਨੇ। ਇਸ ਕਰਕੇ ਗੁਰੂ ਦਾ ਸਤਿਕਾਰ ਜ਼ਰੂਰੀ ਹੈ। ਅੱਜ ਤੱਕ ਵੀ ਕੌਮ ਨੂੰ ਸਾਨੂੰ ਗੁਰੂ ਦੇ ਸਤਿਕਾਰ ਦਾ ਕੋਈ ਹਜੇ ਇਨਸਾਫ ਨਹੀਂ ਮਿਲਿਆ। ਅੱਜ ਵੀ ਸਾਡਾ ਮੋਰਚਾ ਬਰਗਾੜੀ ਦੇ ਵਿੱਚ ਰੋਜ਼ ਡੇਲੀ 5 ਸਿੰਘਾਂ ਦਾ ਜਥਾ ਗ੍ਰਿਫਤਾਰੀ ਦੇ ਰਿਹਾ ਗਿਆ। ਰਾਮਪੁਰਾ ਨੇ ਬੜਾ ਵੱਡਾ ਸਵਾਲ ਕੀਤਾ, ਕਹਿੰਦੇ ਮੇਨ ਗੱਲ ਹੈ ਗੁਰੂ ਦੇ ਸਤਿਕਾਰ ਦੀ। ਨਾ ਅਕਾਲੀ ਦਲ ਨੇ ਸਤਿਕਾਰ ਕੀਤਾ, ਨਾ ਕਾਂਗਰਸ ਨੇ ਕੀਤਾ। ਤਾਂ ਸਾਡੇ ਨਾਲ ਮੌਜੂਦ ਨੇ ਬੀਬੀ ਪਰਮਜੀਤ ਕੌਰ ਵਿਰਕ, ਜਿਹੜੇ ਇਸਤਰੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਨੇ। ਬੀਬੀ ਜੀ, ਬੜਾ ਵੱਡਾ ਸਵਾਲ ਕੀਤਾ। ਬੀਬੀ ਜਗੀਰ ਕੌਰ ਨੂੰ ਵੀ ਕਟਹਿਰੇ 'ਚ ਖਿੱਚਿਆ ਪ੍ਰਿੰਸ ਹੋਰਾਂ ਨੇ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਅਸੀਂ ਇਹੀ ਗੱਲ ਕਹਿਣਾ ਚਾਹੁੰਦੇ ਹਾਂ ਵੀ ਕੀ ਹੁਣ ਕਾਂਗਰਸ ਦੇ ਸਰਕਾਰ ਦੇ ਵਿੱਚ ਕੀ ਇਹ ਕੰਮ ਨਹੀਂ ਹੋਏ? 150 ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਜੀ। ਗੱਲ ਸਰੂਪ ਚੋਰੀ ਕਰਨ ਦੇ ਵੀ ਦੋਸ਼ ਲੱਗੇ ਨੇ। ਦੱਸ ਦਿਆ ਜੀ, ਸਾਡੇ ਜੋ ਵੀ ਪਾਰਟੀ ਨੇ, ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਕਿਹਾ ਵੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਚੋਰੀ ਕੀਤੇ ਨੇ, ਅਸੀਂ ਆਪ ਹਮਦਰਦੀ ਹਾਂ, ਅਸੀਂ ਇਸ ਦੇ ਨਾਲ ਸਹਿਮਤ ਹਾਂ। ਅਸੀਂ ਆਪ ਕਹਿੰਦੇ ਰਲ ਕੇ ਜਿੰਨੀ ਵੀ ਬੰਦੇ ਫੜੇ ਜਾਣ, ਅਸੀਂ ਆਪ ਸਜ਼ਾ ਦੇਣ ਨੂੰ ਵੀ ਤਿਆਰ ਹਾਂ। ਬੀਬੀ ਜੀ, ਐਸਜੀਪੀਸੀ ਦਾ ਕਬਜ਼ਾ ਤੁਹਾਡੇ ਕੋਲ ਆ। ਐਸਜੀਪੀਸੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ, ਤੁਸੀਂ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ। ਗੁਰੂ ਸਾਹਿਬ ਦੇ ਸਰੂਪ ਚੋਰੀ ਹੋਏ ਨੇ। ਸਾਡੇ ਨਾਲ ਹੋਰ ਵੀ ਧਿਰਾਂ ਨੇ, ਪੰਥਕ ਧਿਰਾਂ ਦੇ ਵਿੱਚੋਂ ਬਾਬਾ ਬਚਿੱਤਰ ਸਿੰਘ ਖੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਾਬਾ ਜੀ, ਬੇਅਦਬੀ ਦੀਆਂ ਘਟਨਾਵਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਜੋੜੇ ਨੇ, ਉਹਨਾਂ ਦੀ ਬੇਅਦਬੀ ਹੋਈ ਆ, ਕੀ ਕਹਿਣਾ ਚਾਹੁੰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਕਿ 1 ਜੂਨ 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚੋਂ ਪਾਵਨ ਸਰੂਪ ਚੋਰੀ ਹੋਏ। ਮੌਕੇ ਦੀ ਮੌਜੂਦਾ ਸਰਕਾਰ ਨੇ ਲੱਭਣੇ ਤਾਂ ਕੀ ਸੀ, ਪਰ ਉੱਥੇ ਜਿਹੜੇ ਪ੍ਰਚਾਰਕ ਇਨਸਾਫ ਮੰਗਦੇ ਸੀ ਉਹਨਾਂ ਦੇ ਉੱਤੇ ਲਾਠੀਚਾਰਜ ਕੀਤਾ ਗਿਆ ਤੇ 2 ਸਿੰਘ ਬਾਈਬਲ ਕਲਾਂ ਦੇ ਵਿੱਚ ਗੋਲੀਆਂ ਦੇ ਨਾਲ ਸ਼ਹੀਦ ਕੀਤੇ ਗਏ। ਜਿਹੜੀ ਬੀਬੀ ਜਗੀਰ ਕੌਰ ਤੇ ਗਿਆਨੀ ਹਰਪ੍ਰੀਤ ਸਿੰਘ ਬਾਦਲ ਅਕਾਲੀ ਦਲ ਦੇ ਬੁਲਾਰੇ ਬਣ ਕੇ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਉੱਤੋਂ ਇਹ ਬੋਲਦੇ ਨੇ ਕਿ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਫੜੇ ਗਏ, ਵੀ ਹੁਣ ਉਹ ਜਿਹੜੇ ਪੰਥਦਰਦੀ ਨੇ ਗੱਲ ਕਰਨ, ਉਹਨਾਂ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਆ ਵੀ ਜਿਹੜੇ 328 ਸਰੂਪ ਚੋਰੀ ਹੋਏ ਨੇ, ਬੀਬੀ ਜੀ ਮੱਕੜ ਜੀ ਤਾਂ ਚਲੇ ਗਏ, ਹੁਣ ਉਹਨਾਂ ਦਾ ਜਵਾਬ ਕੌਣ ਦੇਊਗਾ? ਇੱਕ ਅਸੀਂ ਬੀਬੀ ਨੂੰ ਇਹ ਪੁੱਛਣਾ ਚਾਹੁੰਦੇ ਆ ਕਿ 80 ਸਰੂਪ ਜਿੱਥੇ ਰਾਮਦਾਸ ਭਵਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਛਪਦੇ ਨੇ, ਉੱਥੇ 80 ਸਰੂਪ ਅਗਨ ਭੇਟ ਹੋਏ। ਜਿਹੜੇ ਉਹਨਾਂ ਨੂੰ ਪੂਰਾ ਕਰਨ ਵਾਸਤੇ ਇੱਧਰੋਂ ਉੱਧਰੋਂ ਸਰੂਪ ਲੈ ਕੇ ਗਏ,
ਉਹਨਾਂ ਦੀ ਗਿਣਤੀ ਕੌਣ ਦੱਸੂਗਾ ਕਿ ਉਹ ਸਰੂਪ ਕਿੱਥੋਂ ਆਏ, ਉਹ ਗਿਣਤੀ ਕੌਣ ਪੂਰੀ ਕਰੂਗਾ। ਇੱਕ ਪਾਸੇ ਬੀਬੀ ਜਗੀਰ ਕੌਰ ਤੇ ਗਿਆਨੀ ਹਰਪ੍ਰੀਤ ਸਿੰਘ ਬਾਦਲ ਦਲ ਦੇ ਬੁਲਾਰੇ ਬਣ ਕੇ ਤੇ ਉਹਨਾਂ ਦੇ ਨਾਲ ਆਈਜੀ ਖੱਟੜਾ ਸਾਹਿਬ ਕਹਿ ਰਹੇ ਨੇ, ਕਹਿੰਦੇ ਵੀ ਬੇਅਦਬੀਆਂ ਦੇ ਦੋਸ਼ੀ ਫੜੇ ਗਏ, ਪਰ ਜਿਹੜੇ ਆ ਪੰਥ ਦਰਦੀ ਧਰਨਾ ਦੇਈ ਬੈਠੇ ਨੇ ਇਹਨਾਂ ਨੇ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਨੂੰ ਛਡਾਇਆ, ਜਦੋਂ ਕਿ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਨੂੰ 13 ਤਰੀਕ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਅਤੇ ਜੋ ਸਰਦਾਰ ਬੇਅੰਤ ਸਿੰਘ ਦੇ ਘਰੋਂ ਸਤਿਗੁਰਾਂ ਬਾਬਾ ਜੀ ਕੁੱਲ ਮਿਲਾ ਕੇ ਆਪਾਂ ਸੀਮਤ ਸ਼ਬਦਾਂ 'ਚ ਗੱਲ ਕਰੀਏ, ਦੋਸ਼ੀ ਕਿਹੜੀ ਧਿਰ ਤੁਸੀਂ ਮੰਨਦੇ ਹੋ? ਅਸੀਂ ਦੋਸ਼ੀ ਬਾਦਲ ਸਰਕਾਰ ਨੂੰ ਮੰਨਦੇ ਹਾਂ, ਕਿਉਂਕਿ ਸਰਕਾਰ ਇਹਨਾਂ ਦੀ ਸੀ। ਜਦੋਂ ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚੋਂ ਪਾਵਨ ਸਰੂਪ ਚੋਰੀ ਹੋਏ, ਉੱਥੇ ਆ ਕੇ ਕਿਉਂ ਨਹੀਂ ਬੈਠਾ ਅਕਾਲੀ ਦਲ ਵੀ? ਜਿੰਨੀ ਦੇਰ ਪਾਵਨ ਸਰੂਪ ਲੱਭ ਨਹੀਂ ਜਾਂਦੇ, ਦੋਸ਼ੀ ਲੱਭ ਨਹੀਂ ਜਾਂਦੇ, ਨਾ ਅਸੀਂ ਚੰਡੀਗੜ੍ਹ ਜਾਈਏ ਨਾ ਅਸੀਂ ਦਿੱਲੀ ਜਾਈਏ, ਲੱਭੇ ਕਿਉਂ ਨਹੀਂ? ਏਜੰਸੀਆਂ ਨੂੰ ਉੱਥੇ ਬੁਲਾਉਂਦੇ, ਉੱਥੇ ਪੁਲਿਸ ਪ੍ਰਸ਼ਾਸਨ ਸਾਰਾ ਪ੍ਰਸ਼ਾਸਨ ਉੱਥੇ ਆ ਕੇ ਬੈਠਦਾ, ਨਾਲ ਦੀ ਨਾਲ ਪਾਵਨ ਸਰੂਪ ਲੱਭ ਜਾਂਦੇ। ਬਾਬਾ ਬਚਿੱਤਰ ਸਿੰਘ ਜਿਹੜੇ ਪੰਥਕ ਜਥੇਬੰਦੀਆਂ ਦੀ ਨੁਮਾਇੰਦਗੀ ਕਰਦੇ ਨੇ, ਉਹਨਾਂ ਨੇ ਫਿਰ ਅਕਾਲੀ ਦਲ ਬਾਦਲ ਤੇ ਹੀ ਨਿਸ਼ਾਨਾ ਸਾਧਿਆ। ਸਾਡੇ ਨਾਲ ਮੌਜੂਦ ਨੇ ਦਲਜੀਤ ਸਿੰਘ ਸੇਖੋਂ, ਲੀਗਲ ਸੈੱਲ ਦੇ ਅਕਾਲੀ ਦਲ ਬਾਦਲ ਦੇ ਆਗੂ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸੇਖੋਂ ਸਾਹਿਬ, ਬੜਾ ਗੰਭੀਰ ਹੈ ਇਸ ਟਾਈਮ, ਸੈਂਸਿਟਿਵ ਮੁੱਦਾ, ਕਿਉਂਕਿ ਇਹ ਮੁੱਦਾ 2017 ਤੋਂ ਲੈ ਕੇ ਉਵੇਂ ਦਾ ਉਵੇਂ ਅੱਜ ਵੀ ਕਾਇਮ ਆ। ਬੇਅਦਬੀ ਦੀਆਂ ਘਟਨਾਵਾਂ ਅੱਜ ਵੀ ਉਵੇਂ ਦੀਆਂ ਉਵੇਂ ਸਵਾਲ ਦੀਆਂ ਚਿੰਨ੍ਹ ਬਣ ਕੇ ਖੜੀਆਂ ਨੇ। ਕੀ ਕਹਿਣਾ ਚਾਹੁੰਦੇ ਹੋ? ਇੱਕ ਤਾਂ ਮੈਂ ਅਜੀਤ ਵੈਬ ਟਾਈਮ ਦਾ ਜਿਹੜਾ ਹੈਗਾ ਸਤਿਕਾਰ ਕਰਦਾ, ਕਿਉਂਕਿ ਤੁਸੀਂ ਸਾਰੇ ਪਾਰਟੀਆਂ ਦੇ ਨੁਮਾਇੰਦੇ ਬੁਲਾਏ ਆ। ਸਾਰੇ ਅਸੀਂ ਭਰਾ ਸੰਗਰੂਰ ਸ਼ਹਿਰ ਦੇ ਰਹਿਣ ਵਾਲੇ ਹਾਂ, ਅਸੀਂ ਸਾਰਿਆਂ ਦੀ ਇੱਜ਼ਤ ਕਰਦੇ ਹਾਂ ਇੱਕ ਦੂਜੇ ਦੀ। ਜਿੱਥੋਂ ਤੱਕ ਬੇਅਦਬੀਆਂ ਦਾ ਮਸਲਾ ਹੈ, 2015 'ਚ ਬੇਅਦਬੀਆਂ ਹੋਈਆਂ, 4.5 ਸਾਲ ਹੋ ਗਏ ਮਹਾਰਾਜਾ ਦੀ ਸਰਕਾਰ ਨੂੰ। ਇੱਕ ਵੀ ਬੇਅਦਬੀ ਦੀ ਕਦੇ ਆਹ ਸਿੱਟ ਬਣਾਤੀ, ਕਦੇ ਦੂਜੀ ਸਿੱਟ ਬਣਾਤੀ, ਕਦੇ ਤੀਜੀ ਸਿੱਟ ਬਣਾਤੀ। 4.5 ਸਾਲ ਦਾ ਵਕਫਾ ਬੀਤ ਜਾਣ ਦੇ ਬਾਵਜੂਦ ਜਦੋਂ ਚੋਣਾਂ ਆਉਂਦੀਆਂ ਉਦੋਂ ਬੇਅਦਬੀਆਂ ਯਾਦ ਆਉਂਦੀਆਂ ਪੰਥਕ ਧਿਰਾਂ ਨੂੰ ਤੇ ਕਾਂਗਰਸ ਨੂੰ, ਕਿਉਂਕਿ ਲੋਕਾਂ ਨੂੰ ਮੋਬਿਲਾਈਜ਼ ਕਰਨ ਖਾਤਰ, ਲੋਕਾਂ ਤੋਂ ਵੋਟਾਂ ਲੈਣ ਖਾਤਰ ਸਿਰਫ ਤੇ ਸਿਰਫ ਬੇਅਦਬੀ ਦਾ ਮੁੱਦਾ। ਲੋਕਾਂ ਦੇ ਗਰਾਊਂਡ ਲੈਵਲ ਦੇ ਮੁੱਦੇ ਕਿੱਥੇ ਨੇ? ਸੇਖੋਂ ਸਾਹਿਬ ਕਹਿੰਦੇ ਵੀ ਮੁੱਦਾ ਉਦੋਂ ਹੀ ਉੱਠਦਾ ਜਦੋਂ ਚੋਣਾਂ ਆ ਜਾਂਦੀਆਂ ਨੇ। 2017 'ਚ ਵੀ ਇਹੀ ਮੁੱਦਾ ਸੀ ਤੇ ਅੱਜ ਵੀ ਉਹੀ ਮੁੱਦਾ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ? ਮੈਂ ਇਸ ਗੱਲ ਤੇ ਸੇਖੋਂ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ। ਸੇਖੋਂ ਸਾਹਿਬ, ਜਦੋਂ ਤੁਸੀਂ ਇੱਕ ਆਪਣੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਤਾਂ ਆਪਣਾ ਬਾਈਕਾਟ ਕਰਿਆ ਹੋਵੇ, ਤੁਸੀਂ ਸਨਰਾਈਜ਼ ਪੈਲੇਸ ਦੇ ਵਿੱਚ ਜਾ ਕੇ ਵੋਟਾਂ ਮੰਗੋ, ਸਾਰੇ ਸ਼੍ਰੋਮਣੀ ਤੁਸੀਂ ਵਿੱਚ ਸੀਗੇ, ਜਿਹੜੀ ਅਕਾਲੀ ਦਲ ਦੀ ਲੀਡਰਸ਼ਿਪ ਖੜੀ ਹੈ ਉਸ ਟਾਈਮ, ਚਾਹੇ ਅਸੀਂ ਸਾਡੀ ਪਾਰਟੀ ਵੀ ਤੁਹਾਡੇ ਨਾਲ ਹੁੰਦੀ ਸੀ। ਤੁਸੀਂ ਕਹਿੰਦੇ ਸਿਆਸਤ, ਤੁਸੀਂ ਨੇ ਵੀ ਸਿਆਸਤ ਕਰੀ ਹੈ। ਉਸ ਟਾਈਮ ਤੁਹਾਡੇ ਲੀਡਰ ਉੱਪਰ ਖੜੇ ਸੀ, ਤੁਸੀਂ ਥੱਲੇ ਬਹਿ ਕੇ ਵੋਟਾਂ ਮੰਗਦੇ ਸੀਗੇ, ਤਾਂ ਇਹ ਵੋਟਾਂ ਦੇ ਟਾਈਮ ਗੱਲ ਪੁੱਛੀ ਜਾਂਦੀ ਹੈ ਜੀ। ਬੜਾ ਵੱਡਾ ਸਵਾਲੀਆ ਚਿੰਨ੍ਹ ਫੇਰ ਲਾਇਆ ਸੇਖੋਂ ਸਾਹਿਬ। ਕਹਿੰਦੇ ਸਨਰਾਈਜ਼ 'ਚ ਤਾਂ ਤੁਸੀਂ ਵੀ ਵੋਟਾਂ ਮੰਗਦੇ ਰਹੇ ਹੋ ਜਾ ਕੇ। ਢਿੱਲੋਂ ਸਾਹਿਬ, ਬੜਾ ਅਮਨ ਪੂਨੀਆ ਚਾਹੇ ਪਹਿਲਾਂ ਤੁਹਾਡੀ ਕਲੀਸ਼ਨ ਪਾਰਟੀ ਦੇ ਵਿੱਚ ਸੀ, ਪਰ ਹੁਣ ਅਲੱਗ ਨੇ, ਕੀ ਕਹਿਣਾ ਚਾਹੁੰਦੇ ਹੋ? ਮੈਂ ਦਿੰਦਾ ਪੂਨੀਆ ਸਾਹਿਬ ਸਾਡੇ ਸਤਿਕਾਰ 'ਚ ਵੱਡੇ ਭਰਾ। ਗੱਲ ਇਹ ਹੈ ਵੀ ਵੋਟਾਂ ਵੇਲੇ ਹਰ ਪਾਰਟੀ ਵੋਟਾਂ ਮੰਗਦੀ ਹੈ। 1 ਮਿੰਟ ਜੀ ਕਰਨਾ ਜੀ, 1 ਮਿੰਟ। ਵੋਟਾਂ ਵੇਲੇ ਹਰ ਪਾਰਟੀ ਵੋਟਾਂ ਮੰਗਦੀ ਹੈ। ਅਸੀਂ ਵੀ ਮੰਗਦੇ ਆ। ਤੁਸੀਂ ਅਕਾਲੀ ਦਲ ਦੀ ਸਿੱਖਾਂ ਦੀ ਸਿਆਸਤ ਕਰਦੇ ਹੋ ਜੀ, ਤੁਸੀਂ ਸਿੱਖਾਂ ਦੀ ਸਿਆਸਤ ਕਰਦੇ ਹੋ, ਤੁਸੀਂ ਅਕਾਲੀ ਦਲ ਦੀ ਸਿਆਸਤ ਕਰਦੇ ਹੋ। ਜਾਂ ਸਟੇਜ ਤੋਂ ਕਹਿ ਦਿਓ, ਜਾਂ ਤੁਸੀਂ ਇਹ ਸਟੇਜ ਤੋਂ ਕਹਿ ਦਿਓ ਵੀ ਭਾਈ ਅਸੀਂ ਸਰਸੇ ਵਾਲੇ ਲਈ ਵੋਟਾਂ ਮੰਗਣ ਲਈ ਜਾ ਸਕਦੇ ਹਾਂ। ਤੁਸੀਂ ਇਹ ਗੱਲ ਮੰਗ ਲਓ ਵੀ ਅਸੀਂ ਸਰਸੇ ਮੰਗਣ ਲਈ ਦੇਖੋ, ਤੁਸੀਂ ਸੜਕਾਂ ਤੇ ਬਿਠਾ ਰੱਖੇ ਨੇ ਕਿਸਾਨਾਂ ਨਾਲ, ਤਾਂ ਦੇਖੋ ਨਾ ਤੁਸੀਂ ਕੀ ਹਾਲਾਤ ਕਰ ਰੱਖੇ ਨੇ। ਅੱਜ ਸੜਕਾਂ ਤੇ ਬਿਠਾ ਰੱਖੇ ਨੇ, ਤੁਸੀਂ ਇਹ ਗੱਲ ਕਹਿੰਦੇ ਸ਼ੋਭਾ ਨਹੀਂ ਦਿੰਦੀ ਤੁਹਾਨੂੰ, ਬਿਲਕੁਲ ਨਹੀਂ ਦਿੰਦੀ। ਟਰੈਕ ਤੋਂ ਪਰਾਂ ਲਿਜਾ ਰਹੇ ਹੋ ਮੁੱਦੇ ਨੂੰ। ਬਿਲਕੁਲ ਨਹੀਂ। ਹਾਈ ਕੋਰਟ ਨੇ ਕਹਿਤਾ ਹੁਣ ਤਾਂ। ਮੈਂ ਇਹ ਕਹਿਣਾ ਚਾਹੁੰਦਾ ਵੀ ਇਹਨਾਂ ਨੇ ਪੰਜਾਬ ਦਾ ਘਾਣ ਕਰਿਆ ਹਮੇਸ਼ਾ, ਤੇ ਹਾਈ ਕੋਰਟ ਤੋਂ ਉੱਪਰ ਦਾ ਕੁਝ ਮੈਂ ਬੇਅਦਬੀ ਤੇ ਬੋਲਦਾ। ਬੜਾ ਮੁੱਦਾ ਗਰਮਾਇਆ ਜਾ ਰਿਹਾ। ਭਾਜਪਾ ਦੀ ਇੱਕ ਬੀਬੀ ਵੀ ਅੱਗੇ ਆ ਗਏ ਨੇ। ਹਾਂਜੀ, ਵੀ ਤੁਸੀਂ ਵੋਟਾਂ ਮੰਗੀਆਂ ਕਿ ਨਹੀਂ ਮੰਗੀਆਂ? ਸਟੇਜ ਤੇ ਚੜ ਕੇ ਗੱਲ ਦੱਸ ਦਿਓ ਵੀ ਤੁਸੀਂ ਸਰਸੇ ਵਾਲੇ ਬਾਬੇ ਤੋਂ ਵੋਟਾਂ ਮੰਗੀਆਂ ਜਾਂ ਨਹੀਂ ਮੰਗੀਆਂ। ਬਸ ਅਸੀਂ ਬੇਅਦਬੀ ਕੇ ਮੁੱਦੇ ਤੇ ਗੱਲ ਕਰ ਰਹੇ ਹਾਂ, ਔਰ ਅਸੀਂ ਬੇਅਦਬੀ ਤੇ ਕਰਾਂਗੇ। ਕਿਸਾਨਾਂ ਤਾਂ ਨਹੀਂ ਕਰ ਰਹੇ। ਆਪ ਆਈਆ ਤਾਂ ਕੁਰਾਨ ਦੀ ਬੇਅਦਬੀ ਹੋਈ ਹੈ, ਕਾਂਗਰਸ ਆਈਆ ਤਾਂ ਮੰਦਰਾਂ ਦੀ ਬੇਅਦਬੀ ਹੋਈ ਹੈ। ਉਹੀ ਕਾਂਗਰਸ ਆ ਜਿਹੜਾ 84 ਕੇ ਦੰਗੇ ਵਾਲਿਆਂ ਨੂੰ ਅੱਜ ਤੱਕ ਬੀਜੇਪੀ ਨੇ ਹੀ ਇਨਸਾਫ ਦਿੱਤਾ ਹੈਗਾ। ਕਿਉਂ ਨਹੀਂ ਕਿਸੇ ਪਾਰਟੀ ਜੀ 84 ਦਾ ਮੁੱਦਾ ਉਠਾਇਆ ਬੀਜੇਪੀ ਨੇ। ਹਾਂਜੀ, ਢੀਂਗਰਾ ਸਾਹਿਬ ਜਿਹੜੇ ਕਾਂਗਰਸ ਦੇ ਸੂਬਾ ਸਕੱਤਰ ਨੇ, ਹਾਂਜੀ, ਕਿ ਬੜਾ ਵੱਡਾ ਕਾਂਗਰਸ ਤੇ ਦੋਸ਼ ਲੱਗਿਆ। 84 ਦਾ ਮੁੱਦਾ ਅੱਜ ਫੇਰ ਉੱਠਿਆ, ਕੀ ਕਹਿਣਾ ਚਾਹੁੰਦੇ ਹੋ? ਉਸ ਸਮੇਂ ਦੀ ਜਿਹੜੀ ਭਾਵਨਾ ਸੀਗੀ, ਉਹਦੇ ਅਨੁਸਾਰ ਕਈ ਵਾਰੀ ਭਾਵਨਾ 'ਚ ਕੋਈ ਵੀ ਵਿਅਕਤੀ ਕਿਸੇ ਰਾਹ ਤੁਰ ਜਾਂਦਾ ਹੈ। ਆਪਾਂ ਅੱਜ ਪੰਜਾਬ ਦੀ ਗੱਲ ਕਰੀਏ, 84 ਦੌਰਾਨ ਹੀ ਇੱਥੋਂ ਬੱਸਾਂ 'ਚੋਂ ਕੱਢ ਕੇ ਹਿੰਦੂ ਮਾਰੇ ਗਏ, ਉਹਨਾਂ ਨੂੰ ਅੱਜ ਤੱਕ ਕੋਈ ਇਨਸਾਫ ਨਹੀਂ ਮਿਲਿਆ। ਉਹ ਇਨਸਾਫ ਕੌਣ ਦਿਵਾਊਗਾ? ਕੌਣ ਉਹਦੀ ਪੈਰਵਾਈ ਕਰੂਗਾ? ਅੱਜ ਤੱਕ ਦੱਸੋ ਬੀਜੇਪੀ ਵਾਲਿਆਂ ਨੇ ਕਦੇ ਨਹੀਂ। ਆਪਾਂ ਵਿਸ਼ੇ ਤੋਂ ਨਾ ਭਟਕੀਏ, ਆਪਾਂ ਫਿਰ ਬੇਅਦਬੀ ਦੇ ਗੱਲ ਤੇ ਰਹੀਏ ਵੀ ਬੇਅਦਬੀ ਦਾ ਮੁੱਦਾ। ਮੁਲਾਜ਼ਮ ਆਗੂ ਨੇ, ਪੈਨਸ਼ਨ ਆਗੂ ਨੇ, ਇਹ ਵੀ ਕਹਿਣਾ ਚਾਹੁੰਦੇ ਰਾਜਕੁਮਾਰ ਅਰੋੜਾ ਜੀ। ਹਾਂਜੀ, ਮੈਂ ਆਮ ਆਦਮੀ ਹੁੰਦਾ ਹੋਇਆ ਇਹ ਗੱਲ ਕਹਿਣਾ ਵੀ ਪੰਜਾਬ ਦੇ ਲੋਕ ਚਾਹੁੰਦੇ ਨੇ ਵੀ ਬੇਅਦਬੀ ਦਾ ਹਿਸਾਬ ਹੋਵੇ,
ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾਵਾਂ ਮਿਲਣ। ਪਾਰਟੀ ਕੋਈ ਹੋਵੇ ਕੋਈ ਨਾ ਹੋਵੇ, ਚਾਹੇ ਅਕਾਲੀ ਭਾਜਪਾ ਨੇ ਕੀਤਾ ਚਾਹੇ ਕਾਂਗਰਸ ਨੇ ਕੀਤਾ, ਪਰ ਪੰਜਾਬ ਦੇ ਲੋਕ ਇਹ ਚਾਹੁੰਦੇ ਨੇ ਵੀ ਬੇਅਦਬੀ ਜੋ ਹੋਈ ਹੈ ਉਹ ਗਲਤ ਹੋਈ ਹੈ। ਬੇਅਦਬੀ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ। ਆਪ ਦੇ ਆਗੂ ਖੜੇ ਨੇ ਚੰਨੀ ਜੀ, ਆਪ ਨੂੰ ਕਟਹਿਰੇ 'ਚ ਖਿੱਚਿਆ। ਭਾਜਪਾ ਆਗੂ ਨੇ ਕਿਹਾ ਵੀ ਆਪ ਦੀ ਜਦੋਂ ਸਰਕਾਰ ਆ ਕੁਰਾਨ ਸ਼ਰੀਫ ਦੀ ਬੇਅਦਬੀ ਹੋਈ, ਤੁਹਾਡਾ ਐਮਐਲਏ ਉਹਦੇ ਵਿੱਚ ਇਨਵੋਲਵ ਸੀ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਬਿਲਕੁਲ ਜੀ, ਜਦੋਂ ਕੁਰਾਨ ਦੀ ਬੇਅਦਬੀ ਦਾ ਜਿਹੜਾ ਇਹਨਾਂ ਨੇ ਇਲਜ਼ਾਮ ਲਾਇਆ ਸੀ, ਸਾਰਾ ਭਟਕਾਉਣ ਵਾਸਤੇ ਲਾਇਆ ਸੀ, ਉਹਦਾ ਸਾਰਾ ਕੋਰਟ ਦੇ ਵਿੱਚ ਉਹਦਾ ਕਲੀਅਰ ਹੋ ਗਿਆ। ਸਾਡੇ ਜਿਹੜੇ ਐਮਐਲਏ ਯਾਦਵ ਸਾਹਿਬ ਸੀਗੇ ਉਹ 'ਚ ਕਲੀਨ ਚਿੱਟ ਮਿਲੀ ਆ ਉਹਨਾਂ ਨੂੰ। ਇਹ ਸਭ ਉਦੋਂ ਮੌਕੇ ਤੇ ਇਹਨਾਂ ਦੀ ਪਲੈਨਿੰਗ ਸੀਗੀ ਵੀ ਲੋਕਾਂ ਨੂੰ ਗੁੰਮਰਾਹ ਕਰਕੇ ਵੋਟ ਨੂੰ ਖਿੱਚਣ ਦੇ ਲਈ। 2.5 ਸਾਲ ਇਹਨਾਂ ਦੀ ਸਰਕਾਰ ਰਹੀ ਅਕਾਲੀ ਦਲ ਦੀ, ਉਸ 2.5 ਸਾਲ ਦੇ ਦੌਰਾਨ ਇਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ। ਫਿਰ ਕਾਂਗਰਸ ਹੋ ਗਈ 4.5 ਸਾਲ, ਕਦੀ 3 ਸਿੱਟਾਂ ਬਣਾਤੀਆਂ। ਕੀ ਰਿਜ਼ਲਟ ਹੁਣ 24 ਅਗਸਤ ਨੂੰ ਇਹਨਾਂ ਨੇ ਦੁਬਾਰਾ ਸੀਬੀਆਈ ਨੂੰ ਜਾਂਚ ਦੇ ਦਿੱਤੀ, ਫਿਰ 28 ਅਗਸਤ ਨੂੰ ਵਾਪਸ ਲੈ ਲਈ। ਇਹ ਸਭ ਡਰਾਮਾ ਕਰ ਰਹੇ ਨੇ, ਕਹਿੰਦੇ ਡਰਾਮਾ ਕਰ ਰਹੇ ਨੇ। ਕੇਵਲ ਸਿੰਘ ਜਲਾਨ ਵੀ ਨੇ, ਉਹ ਸਾਡੇ ਨਾਲ ਮੌਜੂਦ ਨੇ। ਕੇਵਲ ਜੀ, ਅੱਡ-ਅੱਡ ਧਿਰਾਂ ਅੱਡ-ਅੱਡ ਮੋਰਚਿਆਂ ਤੇ ਅੱਡ-ਅੱਡ ਨੂੰ ਘੇਰ ਰਹੀਆਂ ਨੇ, ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਸ਼੍ਰੋਮਣੀ ਅਕਾਲੀ ਦਲ ਵਾਲੇ ਦੋਸ਼ ਲਾ ਰਹੇ ਨੇ ਕਾਂਗਰਸ ਤੇ, ਕਾਂਗਰਸ ਲਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਤੇ। ਜੋ ਬੇਅਦਬੀਆਂ ਹੋਈਆਂ ਉਹ ਅਕਾਲੀ ਦਲ ਦੇ ਰਾਜ 'ਚ ਹੋਈਆਂ, ਤੇ ਜੋ ਸਹੁੰਆਂ ਚੁੱਕੀਆਂ ਕੈਪਟਨ ਨੇ ਗੁਟਕਾ ਚੱਕ ਕੇ ਸਹੁੰ ਖਾਧੀ ਵੀ ਅਸੀਂ ਉਹਦੀ ਮਤਲਬ ਇਨਸਾਫ ਦਿਵਾਵਾਂਗੇ। ਅੱਜ ਤੱਕ 4.5 ਸਾਲ ਲੰਘੇ ਸਰਕਾਰ ਦੇ, ਨਾ ਤਾਂ ਕੈਪਟਨ ਨੇ ਕੋਈ ਉਹਦਾ ਇਨਸਾਫ ਦਿਵਾਇਆ, ਨਾ ਹੀ ਕੋਈ ਬਾਲ ਸਾਹਿਬ ਨੇ ਕੋਈ ਉਸ ਟਾਈਮ ਆਪਦੇ ਰਾਜ ਸਮੇਂ ਕੋਈ ਉਹ ਕਰਿਆ। ਪਰ ਜਿਹੜੀਆਂ ਮਿਲੀ ਭੁਗਤਾਂ ਦੀ ਗੱਲਾਂ ਕਰਦੇ ਨੇ, ਮੈਂ ਤਾਂ ਇਹੀ ਕਹੂੰਗਾ ਵੀ ਬਾਦਲ ਤੇ ਕੈਪਟਨ ਦੋਨੋਂ ਮਿਲੇ ਹੋਏ ਨੇ। ਢਿੱਲੋਂ ਸਾਹਿਬ, ਬੜਾ ਤੁਹਾਨੂੰ ਤੁਹਾਡੇ ਪੁਰਾਣੇ ਸਾਥੀ ਨੇ ਕੇਵਲ ਜਲਾਨ, ਉਹਨਾਂ ਨੇ ਤੁਹਾਨੂੰ ਕਟਹਿਰੇ 'ਚ ਖਿੱਚ ਲਿਆ। ਉਹ ਕਹਿੰਦੇ ਤੁਹਾਡੇ ਰਾਜ 'ਚ ਬੇਅਦਬੀ ਹੋਈ ਆ, ਪਤਾ ਨਹੀਂ ਕਿਹੜੇ ਮੂੰਹ ਨਾਲ ਖੜੇ ਹੋ। ਉਹ ਗੱਲ ਇਹ ਹੈ ਜੀ, ਬੇਅਦਬੀ ਮੈਂ ਕਹਿੰਦਾ ਰਾਜ 'ਚ ਹੋਈ ਆ, ਫਿਰ ਹੁਣ ਤਾਈਂ ਸਾਬਤ ਕਿਉਂ ਨਹੀਂ ਹੋਈ? ਜਿਹੜਾ ਇਨਸਾਨ, ਮੈਂ ਇਹ ਕਹਿਣਾ ਚਾਹੁੰਦਾ, ਸੁਖਬੀਰ ਸਿੰਘ ਬਾਦਲ ਸਵੇਰੇ ਮੱਥਾ ਟੇਕ ਕੇ ਬਗੈਰ ਘਰੋਂ ਨਹੀਂ ਨਿਕਲਦਾ। ਉਹਨਾਂ ਨੇ ਅਰਦਾਸ ਕਰਤੀ 1 ਮਿੰਟ ਵੀ ਜਿਹੜਾ ਇਹਦਾ ਦੋਸ਼ੀ ਆ ਉਹਨੂੰ ਸਜ਼ਾ ਮਿਲੇ, ਤੇ ਫੇਰ ਵੀ ਤੇ ਅੱਜ ਤਾਈਂ ਕੋਈ ਸਾਬਤ ਨਹੀਂ ਕਰ ਸਕਦਾ। ਮੈਂ ਕਹਿੰਦਾ ਪਾਰਟੀਆਂ ਮਿਲੇ ਹੀ ਆਪਸ 'ਚ, ਸਾਬਤ ਤਾਂ ਹੋਊਗਾ ਜਾਂ ਕੈਪਟਨ ਕੋਈ ਇਨਸਾਫ ਦਿਵਾਊਗਾ। ਸਰ ਗੱਲ ਘਟਾਉਣ ਤਾਂ ਜ਼ਿਆਦਾ ਕੈਪਟਨ ਆਊਗਾ। ਪਾਰਟੀਆਂ ਮਿਲੀਆਂ ਹੋਈਆਂ ਨੇ, ਕਾਂਗਰਸ ਉਹਦੇ ਵਿੱਚ ਨਾ ਹੋਇਆ ਸਾਰਾ ਕੁਝ। ਸੁਖਬੀਰ ਬਾਦਲ ਦਾ, ਸਮੇਤ ਸੈਣੀ ਦਾ ਤਬਦੀਸ਼ਾ ਹੋ ਗਿਆ। ਰਿਕਾਰਡ ਬਾਈ ਰਿਕਾਰਡ ਹੈ। ਪੁਰਾਣੇ ਸਰੂਪ ਜਮ੍ਹਾਂ ਕੀਤੇ ਪਏ ਨੇ। ਜਿਹੜੀ ਬੇਅਦਬੀ ਦੀ ਤੁਸੀਂ ਗੱਲ ਕਰਦੇ ਹੋ, ਕਮੇਟੀ ਬਣੀ ਹੋਈ ਹੈ, ਬੀਬੀ ਜਗੀਰ ਕੌਰ ਨੇ ਕਮੇਟੀ ਬਣਾਈ ਹੋਈ ਹੈ। ਬੜਾ ਸ਼ਰਮਾ ਜੀ, ਬੜਾ ਕਾਂਗਰਸ ਨੂੰ ਵੀ ਕਟਹਿਰੇ ਚਲਾ ਗਏ। ਦੱਸੋ। ਸੁਖਬੀਰ ਬਾਦਲ ਕਹਿੰਦਾ ਕੱਖ ਨਾ ਰਹੇ, ਉਹਦਾ ਕੱਖ ਨਹੀਂ ਰਿਹਾ। ਪਿਛਲੀ ਵੋਟਾਂ ਦੇਖ ਲਿਆ, ਉਹਨੇ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਨੇ ਬੇਦਬੀ ਕੀਤੀ, ਉਹਦਾ ਕੱਖ ਨਾ ਰਹੇ। ਕੀ ਰਿਹਾ ਉਹਨਾਂ ਦਾ? ਬੜਾ ਸੀਟਾਂ ਜਿੱਤੇ ਨੇ, 2 ਸੀਟਾਂ ਕਾਂਗਰਸ ਫੇਲ ਹੋਈ ਵੀ ਹੈ। ਬੇਨਤੀ ਆ ਸਾਰੀਆਂ ਧਿਰਾਂ ਨੂੰ, ਬਹਿਸ ਨੂੰ ਵਿਚਾਰਾਂ ਤੱਕ ਰੱਖੋ। ਜੇ ਛੇਤਰੀ ਪਾਰਟੀ 2 ਸੀਟਾਂ ਜਿੱਤਦੀ ਆ, ਤੁਸੀਂ ਬਹੁਤ ਦੀ ਸਰਕਾਰ ਰਹੀ ਹੈ, ਸਭ ਤੋਂ ਜ਼ਿਆਦਾ ਬੇਅਦਬੀ ਅਕਾਲੀਆਂ ਦੀ ਸਰਕਾਰ 'ਚ ਹੋਈ ਹੈ। ਜੇ ਕਾਂਗਰਸ ਦੀ ਪਰ ਇੱਕ ਬਣਨ ਜਾ ਰਹੀ ਹੈ ਅਕਾਲੀ ਭਾਜਪਾ ਦੀ, ਇਹਨਾਂ ਨੂੰ ਕੋਈ ਗੱਲ ਨਹੀਂ ਆ। ਰਲੇ ਵੇ ਨੇ ਸਾਰੇ, ਕਾਂਗਰਸ ਦੇ ਰਾਜ ਦੇ ਵਿੱਚ 150 ਸਰੂਪ ਦੀ ਬੇਅਦਬੀ ਹੋਈ ਹੈ। ਤੁਸੀਂ ਕਿਉਂ 10 ਸਾਲ ਸਭ ਤੋਂ ਜ਼ਿਆਦਾ ਬੇਅਦਬੀ ਅਕਾਲੀਆਂ ਦੀ ਸਰਕਾਰ 'ਚ ਹੋਈ ਹੈ। ਉਹਦਾ ਅਕਾਲੀਆਂ ਦੀ ਸਰਕਾਰ ਨੇ ਬੇਅਦਬੀ ਤੇ ਕੀ ਕੀਤਾ? ਬੇਦਬੀ ਵਾਸਤੇ ਕਿੰਨੇ ਧਰਨੇ ਲਾਏ ਤੁਹਾਡੀ ਪਾਰਟੀ ਨੇ? ਦੱਸੋ। ਮੈਂ ਸਾਰੀਆਂ ਗੱਲਾਂ ਛੱਡੋ, ਮੈਂ ਇੱਕ ਲੇਟੈਸਟ ਗੱਲ ਕਰਦਾ ਕੱਲ ਦੀ। ਮੈਂ ਇੱਕ ਲੇਟੈਸਟ 2 ਮਿੰਟ ਜਾਂ 1 ਮਿੰਟ ਬੀਬੀ ਜੀ, ਮੈਂ ਇੱਕ ਗੱਲ ਕਰਦਾ ਲੇਟੈਸਟ 1 ਮਿੰਟ। ਅਕਾਲੀ ਦਲ ਕਹਿੰਦਾ ਵੀ ਅਸੀਂ ਸਿਆਸਤ ਨਹੀਂ ਕਰਦੇ। 36 ਸਾਲ ਬਾਅਦ ਜਿਹੜੇ ਪਾਵਨ ਸਰੂਪ ਦੇ ਵਿੱਚ ਗੋਲੀ ਲੱਗੀ, ਅੱਜ ਤੁਹਾਨੂੰ ਯਾਦ ਆ ਗਿਆ। 36 ਸਾਲ ਬਾਅਦ ਅੱਜ ਤੁਸੀਂ ਦਰਸ਼ਨ ਕਰਾਉਣ, ਪਹਿਲਾਂ ਕਿਉਂ ਨਹੀਂ ਦਰਸ਼ਨ ਕਰਾਏ? ਹੁਣ ਤੁਹਾਡੇ 83 ਯਾਦ ਆ ਗਿਆ ਜਦੋਂ ਤੁਸੀਂ ਕਤਲ ਦੀ ਜਾਂਚ ਕਿਉਂ ਨਹੀਂ ਕਰਾਈ? ਬੁਲਾਰਿਆਂ ਨੂੰ ਬੇਨਤੀ ਆ, ਸੀਮਤ ਸ਼ਬਦਾਂ ਦੇ ਵਿੱਚ ਵਿਚਾਰ। ਮੁੱਦਾ ਬਿੱਟੂ ਮਾਰ ਕੇ ਜੇਲ੍ਹ ਦੇ ਵਿੱਚ ਮੁੱਦਾ ਖਤਮ ਕੀਤਾ। ਸ਼੍ਰੋਮਣੀ ਅਕਾਲੀ ਦਲ ਸੱਤਾ ਤੋਂ ਬਾਹਰ ਹੈ। ਜੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਇੰਨਾ ਕਿ ਇਹਨਾਂ ਨੂੰ ਹੈਗਾ ਗੁਰੂ ਗ੍ਰੰਥ ਸਾਹਿਬ ਬੇਦਬੀ ਦਾ, ਇਹਨਾਂ ਨੇ ਕਿੰਨੇ ਧਰਨੇ ਲਾਏ ਇਹਨਾਂ ਨੇ? ਕਿੰਨੇ ਧਰਨੇ ਲਾਏ? ਪ੍ਰਿੰਸ ਜੀ, ਤੁਸੀਂ ਪਹਿਲਾਂ ਨਾਲ ਰਹੇ, ਢਿੱਲੋਂ ਸਾਹਿਬ ਨੇ ਕੁਐਸਚਨ ਕੀਤਾ, ਉਦੋਂ ਕਿਉਂ ਨਹੀਂ ਬੋਲੇ? ਸਰ ਬਿਲਕੁਲ ਬੋਲੇ। ਇਲੈਕਸ਼ਨ ਤੋਂ ਪਹਿਲਾਂ ਬੋਲੇ। ਸੁਖਬੀਰ ਸਿੰਘ ਬਾਦਲ ਕਿਹਾ ਮਾਫੀ ਮੰਗੀ। ਹੁਣ ਆ ਕੇ ਦੂਜੇ ਪਾਸੇ, ਪਹਿਲਾਂ ਇਕੱਠੇ ਹੀ ਰਹੇ ਨੇ, ਨਾਲ ਇਕੱਠੇ ਹੋ ਕੇ ਜਾਂਦੇ, ਉਦੋਂ ਕਿਉਂ ਨਹੀਂ? ਕੱਲੇ ਸੁਖਬੀਰ ਬਾਦਲ ਦੀ ਤਫਤੀਸ਼ ਕਰ ਲਓ, ਸਾਰੀਆਂ ਬੇਅਦਬੀਆਂ ਦਾ ਪਤਾ ਲੱਗ ਜੂ। ਨਾਲ ਵਰਗਾ ਚੰਗੀ ਗੱਲ ਹੈ। ਮੈਂ ਕਹਿੰਦਾ
ਭਾਲਦੇ ਨੇ ਬੇਰੁਜ਼ਗਾਰੀ ਦਾ ਮੁੱਦਾ ਆ। ਜਿੰਨੇ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕਿਹਾ ਸੀ, ਇੱਕ ਵੀ ਮੁੱਦਾ ਪਾਸ ਕੀਤਾ? ਕਿਸੇ ਨੂੰ ਨੌਕਰੀ ਦਿੱਤੀ? ਕਿਸੇ ਨੂੰ ਕੋਈ ਸਬੂਤ ਨਾਲ ਦਲੀਲ ਨਾਲ ਗੱਲ ਕਰੀ ਜਾਵੇ, ਐਵੇਂ ਕਹਿਣ ਨਾਲ ਕੁਝ ਨਹੀਂ ਹੁੰਦੇ। ਦਵਾਂਗੇ, ਸਜ਼ਾ ਜ਼ਰੂਰ ਹੋਊਗੀ, ਜਾਂਚ ਕਰ ਰਹੇ ਆ, ਕਮੇਟੀ ਬਣ ਰਹੀ ਹੈ। ਕਦੋਂ ਤੁਸੀਂ ਮੇਰੀ ਗੱਲ ਸੁਣੋ, ਸਜ਼ਾ ਉਹਨਾਂ ਨੂੰ ਮਿਲੂਗੀ ਜ਼ਰੂਰ ਆ, ਜੋ ਕਮੇਟੀ ਫੈਸਲਾ ਕਰੂਗੀ। ਉਦੋਂ ਕੀ ਕੀਤਾ ਤੁਸੀਂ ਜਦੋਂ ਸਰਕਾਰ ਦੱਸਣ 4.5 ਸਾਲ ਚ ਕਿੰਨੇ ਧਰਨੇ ਲਾ ਲਏ ਇਹਨਾਂ ਨੇ? ਜੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਹੈ, ਸ਼੍ਰੋਮਣੀ ਕਮੇਟੀ ਇਹਨਾਂ ਦੀ, ਕਿੰਨੇ ਬੀਬੀ ਜਗੀਰ ਕੌਰ ਨੇ ਧਰਨੇ ਲਾ ਦੱਸੇਗਾ ਸਾਨੂੰ? ਬੜਾ ਇੱਕ ਮਿੰਟ ਕਿੰਨੇ ਧਰਨੇ ਲਾਏ ਦੱਸਣਾ? ਅਕਾਲੀ ਦਲ ਨੂੰ ਪੁੱਛਣਾ ਚਾਹੁੰਦਾ, ਅਕਾਲੀ ਦਲ ਵਾਲਿਆਂ ਨੂੰ ਬੇਅਦਬੀ ਵਾਲੇ ਮੁੱਦੇ ਤੇ ਪੁੱਛਣਾ ਚਾਹੁੰਦਾ। ਇੱਕ ਮਿੰਟ ਜੀ, ਮੈਂ ਬੇਅਦਬੀ ਮੁੱਦੇ ਤੇ ਪੁੱਛਣਾ ਚਾਹੁੰਦਾ ਵੀ ਜੇ ਸ਼੍ਰੋਮਣੀ ਕਮੇਟੀ ਦਾ ਕੀ ਤੁਹਾਡੇ ਲਵੇ ਇੱਕ ਬੀਬੀ ਦੀ ਜਿਹਨਾਂ ਤੇ ਐਡਾ ਵੱਡਾ ਦੋਸ਼ ਲੱਗੇ ਹੁਣ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਉਣ ਨੂੰ ਉਹੀ ਮਿਲੀ ਸੀ? ਕੀ ਤੁਹਾਡੇ ਅਕਾਲੀ ਦਲ ਲਵੇ ਕੋਈ ਬੰਦਾ ਨਹੀਂ ਜਿਹੋ ਜਿਹੇ ਦੋਸ਼? ਬੜਾ ਵੱਡਾ ਸਵਾਲ ਬੀਬੀ ਜਗੀਰ ਕੌਰ ਦੇ ਬਾਰੇ ਖੜਾ ਕੀਤਾ। ਉਹਨਾਂ ਨੂੰ ਕੋਰਟ ਨੇ ਬਰੀ ਕਰ ਦਿੱਤਾ ਸੀ, ਕਿਹਦਾ ਹੱਕ ਨਹੀਂ ਬਣਦਾ? ਉਹ ਦੋਸ਼ ਲਾਉਣੇ ਸੌਖੇ ਆ। ਤੁਸੀਂ ਕਲੀਅਰ ਮੰਨ ਰਹੇ ਹੋ? ਤੁਸੀਂ ਕਲੀਅਰ ਮੰਨ ਰਹੇ ਹੋ? ਰਲੇ ਹੋਏ ਨੇ ਕਾਲੀ ਕਾਂਗਰਸੀ, ਰਲੇ ਹੋਏ ਨੇ 5-5 ਸਾਲ ਭਾਲਦੇ ਨੇ, 5 ਸਾਲ ਕਾਲੀ 5 ਸਾਲ ਕਾਂਗਰਸ, ਇੱਕ ਦੂਜੇ ਦੀਆਂ ਵੋਟਾਂ ਹਰੀ ਹੋਏ ਵੇ ਆ। ਜਾਂ ਤਾਂ ਕੋਈ ਸਬੂਤ ਪੇਸ਼ ਕਰਨ ਇਹਨਾਂ ਦੇ ਕਹਿਣ ਨਾਲ। ਬੇਦਬੀ ਦੀ ਮੈਂ ਬੇਦਬੀ ਦੁਆਰਾ ਆਣਿਆ ਸਿੰਘੋ, ਮੈਨੂੰ ਇੱਕ ਦੱਸਿਆ ਜਾਵੇ 4.5 ਸਾਲ ਚ ਜੇ ਸ਼੍ਰੋਮਣੀ ਅਕਾਲੀ ਦਲ ਨੂੰ, ਸ਼੍ਰੋਮਣੀ ਅਕਾਲੀ ਨੂੰ ਗੁਰੂ ਗ੍ਰੰਥ ਸਾਹਿਬ ਇੰਨਾ ਪਿਆਰ ਹੈ, ਮੈਂ ਉਸੇ ਗੱਲ ਦੁਆਰਾ ਵੀ ਕਿੰਨੇ ਧਰਨੇ ਲਾਏ ਨੇ, ਕਿੰਨੇ ਗ੍ਰਿਫਤਾਰੀਆਂ ਮੰਗ ਕੀਤੇ ਦੱਸੋ। ਜੇਕਰ ਇਹਨਾਂ ਨੂੰ ਦਰਦ ਸੀਗਾ, ਜਿਹੜੇ ਲੋਕ ਅੱਜ ਸਾਡੇ ਕਨੀ ਉਂਗਲਾਂ ਕਰਦੇ ਨੇ ਕਿ ਤੁਸੀਂ ਇਕੱਲੇ ਸਿੱਖੋ, ਇਹ ਲੋਕ ਉਦੋਂ ਕਿਉਂ ਨਹੀਂ ਧਰਨਿਆਂ ਤੇ ਆ ਕੇ ਬੈਠੇ ਸੰਗਤ ਦੇ ਵਿੱਚ ਵੀ ਅਸੀਂ ਇਨਸਾਫ ਦੇਵਾਂਗੇ, ਜਦੋਂ ਇਹ ਪਾਵਰ ਦੇ ਵਿੱਚ ਸੀ? ਇਹਨਾਂ ਨੂੰ ਲੋਕ ਮੈਂ ਸੇਖੋਂ ਸਾਹਿਬ ਇੱਕ ਗੱਲ ਕਰਦਾ, ਤੁਸੀਂ ਕਹਿੰਦੇ ਹੋ ਗਰਾਊਂਡ ਲੈਵਲ ਦੀ ਗੱਲ ਕਰਦਾ, ਗਰਾਊਂਡ ਲੈਵਲ ਦੀ ਗੱਲ ਕਰਦਾ। ਇਹ ਸਿੱਖਾਂ ਦੀ ਰਾਜਨੀਤੀ ਕਰਦੇ ਆ। ਪਰਸੋਂ ਪਟਵਾਰੀਆਂ ਦਾ ਪੇਪਰ ਹੋਇਆ, ਮਤਲਬ ਐਡੀ ਮਾੜੀ ਗੱਲ ਹੋਈ ਆ ਵੀ ਆਪਣੇ ਪੰਜੇ ਕਕਾਰ ਸਰਕਾਰ ਜਾਂ ਜੋ ਵੀ ਉੱਥੇ ਨੁਮਾਇੰਦੇ ਸੀ ਉਹ ਪੇਪਰ ਦਿੱਤੇ ਲਿਖਾਏ ਗਏ ਆ। 5 ਕਕਾਰਾਂ ਤੇ ਸ਼੍ਰੋਮਣੀ ਕਮੇਟੀ ਦਾ ਜਾਂ ਇਹਨਾਂ ਦੇ ਅਕਾਲੀ ਦਲ ਦੇ ਪ੍ਰਧਾਨ ਦਾ ਅੱਜ ਤੱਕ ਕੋਈ ਬਿਆਨ ਆਇਆ? ਦੱਸੋ, ਇੱਕ ਵੀ ਦੱਸੋ। ਸੁਖਵੀਰ ਜੀ ਦਾ ਕੋਈ ਵੀ ਬਿਆਨ ਆਇਆ? ਸਾਥੀਓ ਬੇਅਦਬੀ ਦੇ ਵਿੱਚ ਇੱਕ ਨਵਾਂ ਮੁੱਦਾ ਉੱਠਿਆ। ਆਪ ਵਾਲਿਆਂ ਨੇ ਉਠਾਇਆ। ਉਹ ਕਹਿੰਦੇ ਬੇਰੁਜ਼ਗਾਰੀ ਬਾਰੇ ਵੀ ਗੱਲ ਕਰੋ। ਪੰਜਾਬ ਦਾ ਨੌਜਵਾਨ ਰੁਲ ਰਿਹਾ, ਸੜਕਾਂ ਤੇ ਰੁਲ ਰਿਹਾ, ਉਹਦੇ ਬਾਰੇ ਵੀ ਗੱਲ ਕਰੋ। ਸਾਥੀਓ ਬੇਨਤੀ ਆ ਵੀ ਤੁਸੀਂ ਸਾਰੀਆਂ ਹੀ ਸਤਿਕਾਰਤ ਸ਼ਖਸੀਅਤਾਂ ਹੋ, ਚਾਹੇ ਅਕਾਲੀ ਦਲ ਚੋਂ ਆਏ ਹੋ, ਚਾਹੇ ਆਪ ਚੋਂ ਆਏ ਹੋ, ਚਾਹੇ ਕਾਂਗਰਸ ਚੋਂ ਆਏ ਹੋ, ਚਾਹੇ ਅਕਾਲੀ ਦਲ ਸੰਯੁਕਤ ਚੋਂ ਆਏ ਹੋ, ਤੇ ਚਾਹੇ ਭਾਜਪਾ ਚੋਂ ਆਏ ਹੋ, ਸਾਰੇ ਹੀ ਪੰਥਕ ਧਿਰਾਂ ਵੀ ਨੇ, ਸਾਰੀਆਂ ਸਤਿਕਾਰਤ ਸ਼ਖਸੀਅਤਾਂ ਨੇ। ਅਸੀਂ ਹੁਣ ਬੇਰੁਜ਼ਗਾਰੀ ਦੇ ਮੁੱਦੇ ਤੇ ਵੀ ਡਿਸਕਸ਼ਨ ਕਰਾਂਗੇ ਵੀ ਕਿਉਂਕਿ ਅੱਜ ਦੁਨੀਆ ਦੇ ਵਿੱਚ, ਮੁਲਕ ਦੇ ਵਿੱਚ ਬੇਰੁਜ਼ਗਾਰੀ, ਗਰੀਬੀ, ਅਨਪੜ੍ਹਤਾ ਤੇ ਬਿਮਾਰੀ 4 ਵੱਡੇ ਮੁੱਦੇ ਬਣੇ ਹੋਏ ਨੇ। ਅਸੀਂ ਪੰਜਾਬ ਦੇ ਵਿੱਚ ਵਧੀ ਹੋਈ ਬੇਰੁਜ਼ਗਾਰੀ, ਕਿਉਂਕਿ ਇਹ ਮੁੱਦਾ ਅੱਜ ਦਾ ਨਹੀਂ, ਆਜ਼ਾਦੀ ਤੋਂ ਬਾਅਦ ਲਗਾਤਾਰ ਬੇਰੁਜ਼ਗਾਰੀ ਵੱਧਦੀ ਹੀ ਰਹੀ ਆ। ਇਹਦੇ ਲਈ ਕੋਈ ਇੱਕ ਸਰਕਾਰ ਦੋਸ਼ੀ ਨਹੀਂ। ਅਸੀਂ ਤਾਂ ਇਹੀ ਚਰਚਾ ਕਰਨੀ ਚਾਹੁੰਦੇ ਆ ਵੀ ਇਹਦਾ ਹੱਲ ਕੀ ਨਿਕਲੇ। ਸਾਡੇ ਨਾਲ ਅੱਡ ਧਿਰਾਂ ਮੌਜੂਦ ਨੇ। ਡਿੰਪਲ ਜੀ ਕੀ ਕਹਿਣਾ ਚਾਹੁੰਦੇ ਆ ਬੇਰੁਜ਼ਗਾਰੀ ਬਾਰੇ? ਭਾਜਪਾ ਨੂੰ ਬਿਲੋਂਗ ਕਰਦੇ ਨੇ ਸੁਨੀਲ ਗੋਇਲ। ਬੇਰੁਜ਼ਗਾਰੀ ਬਾਰੇ ਤਾਂ ਮੈਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਜੀ ਨੂੰ, ਜਿਹੜਾ ਇਹਨਾਂ ਨੇ ਗੁਟਕਾ ਸਾਹਿਬ ਸਹੁੰ ਚੱਕੀ ਸੀਗੀ, ਘਰ ਘਰ ਨੌਕਰੀ ਦੇ ਫਾਰਮ ਵੀ ਭਰਾਏ ਸੀਗੇ, ਉਹਨਾਂ ਨੇ ਅੱਜ ਤੱਕ ਕਿੰਨੇ ਕਰਤੇ? ਆ ਨਵਜੋਤ ਸਿੰਘ ਸਿੱਧੂ ਜੀ ਨਵੇਂ ਪ੍ਰਧਾਨ ਬਣੇ ਨੇ, ਇਹ ਕਹਿੰਦੇ 2022 ਦੇ ਵਿੱਚ ਸਾਡੀ ਸਰਕਾਰ ਬਣਨ ਤੋਂ ਅਸੀਂ ਸਾਰਿਆਂ ਨੂੰ ਨੌਕਰੀਆਂ ਦੇਵਾਂਗੇ। ਹਾਲੇ ਸਰਕਾਰ ਕਿਹਦੀ ਚੱਲ ਰਹੀ ਹੈ? ਕਿ ਕੇਜਰੀਵਾਲ ਦੀ ਸਰਕਾਰ ਚੱਲ ਰਹੀ ਹੈ, ਜਿਹੜੇ ਨੌਕਰੀਆਂ ਤੁਸੀਂ ਦੋਗੇ। ਫਿਰ ਤੁਸੀਂ ਬੇਅਦਬੀ ਬਾਰੇ ਜਿਹੜੀ ਗੱਲ ਕਰ ਰਹੇ ਹੋ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਪਹਿਲਾਂ ਤਾਂ ਮੈਂ ਇਹ ਪੁੱਛਣਾ ਚਾਹੁੰਦਾ ਅਕਾਲੀ ਦਲ ਵਾਲਿਆਂ ਨੂੰ ਕਿ 328 ਜੀ ਆਪਾਂ ਹੁਣ ਬੇਰੁਜ਼ਗਾਰੀ ਬਾਰੇ ਗੱਲ ਕਰ ਰਹੇ ਹਾਂ। ਕਾਂਗਰਸ ਨੂੰ ਕਟਹਿਰੇ ਚ ਲਿਆ ਪਰਮਿੰਦਰ ਸ਼ਰਮਾ ਜੀ, ਕਹਿੰਦੇ ਵੀ ਘਰ ਘਰ ਨੌਕਰੀ ਦਾ ਵਾਅਦਾ ਕੀਤਾ ਸੀ ਕੈਪਟਨ ਸਾਹਿਬ ਨੇ, ਕੀ ਬਣਿਆ? ਵਾਅਦਾ ਪੂਰਾ ਕੀਤਾ ਜਾ ਰਿਹਾ ਜੀ। ਤੁਹਾਡੇ ਸਾਹਮਣੇ ਕਿੰਨੀਆਂ ਜੌਬਸ ਹੁਣੀ, ਜਿਸ ਤਰ੍ਹਾਂ ਪਟਵਾਰੀ ਦਾ ਆਪਣੇ ਗੱਲ ਦਾ ਮੁੱਦਾ ਉਠਾਇਆ ਗਿਆ ਸੀ, ਔਰ ਉਸ ਤੋਂ ਇਲਾਵਾ ਜੇਲ੍ਹ ਦੇ ਵਿੱਚ ਫਿਰ ਟੀਚਰ ਕਿੰਨੇ ਭਰਤੀ ਕੀਤੇ ਹੈ। ਔਰ ਨੰਬਰ 2 ਹਜੇ 4 ਮਹੀਨੇ ਪਏ ਹੈ, ਠੀਕ ਹੈ। 4 ਮਹੀਨਿਆਂ ਦੇ ਵਿੱਚ ਅਜੇ ਹੋਰ ਜੌਬ ਐਡਵਰਟਾਈਜ਼ ਹੋ ਰਹੀਆਂ, ਡੇ ਟੂ ਡੇ ਤੁਸੀਂ ਦੇਖ ਰਹੇ ਹੋ ਅਖਬਾਰਾਂ ਦੇ ਵਿੱਚ ਨੌਕਰੀਆਂ ਲੱਗ ਰਹੀਆਂ ਨੇ। ਔਰ ਮੇਰਾ ਖਿਆਲ ਹੈ ਵੀ ਜਿਸ ਆ ਸਮੇਂ ਦੇ ਦੌਰਾਨ ਜਿੰਨੀਆਂ ਕਾਂਗਰਸ ਗੌਰਮੈਂਟ ਨੌਕਰੀਆਂ ਦੇ ਰਹੀ ਹੈ, ਇਸ ਤੋਂ ਪਹਿਲਾਂ ਕਦੇ ਦਿੱਤੀਆਂ ਨਹੀਂ ਗਈਆਂ ਹੋਣੀਆਂ। ਇਹ ਤੁਸੀਂ ਚੈੱਕ ਕਰ ਸਕਦੇ ਹੋ, ਔਨ ਰਿਕਾਰਡ ਮੈਂ ਗੱਲ ਕਰ ਰਿਹਾ। ਨੰਬਰ 2 ਬੀਜੇਪੀ ਦਾ ਇਹ ਕਹਿਣਾ ਕਿ ਵੀ ਕੈਪਟਨ ਸਰਕਾਰ ਦੀ ਬੇਰੁਜ਼ਗਾਰੀ ਦੇ ਮਸਲੇ ਤੇ ਦੇਸ਼ ਦਾ ਕੀ ਹਾਲ ਹੈ? ਦੇਸ਼ 'ਚ ਇੰਨਾ ਬੁਰਾ ਹਾਲ ਹੈ ਬੇਰੁਜ਼ਗਾਰੀ ਦਾ, ਬਹੁਤ ਹੀ ਉੱਚੀ ਪੱਧਰ ਤੇ ਚਲਾ ਗਿਆ। ਦੇਸ਼ ਪੱਧਰ ਤੇ ਇਹਨਾਂ ਵੱਲੋਂ, ਮੋਦੀ ਸਰਕਾਰ ਵੱਲੋਂ ਕਿੰਨੀਆਂ ਨੌਕਰੀਆਂ ਦਾ ਪ੍ਰਬੰਧ ਕੀਤਾ, ਜਦੋਂ ਕਿ ਪੰਜਾਬ ਸਰਕਾਰ ਨੇ ਸਾਰੇ ਹੀ ਸਰਕਾਰੀ ਜਿਹੜੀਆਂ ਨੌਕਰੀਆਂ ਖਾਲੀ ਪਈਆਂ ਸੀ ਉਸ ਸੰਬੰਧ ਵਿੱਚ ਇਸ਼ਤਿਹਾਰ ਜਾਰੀ ਕਰ ਦਿੱਤੇ ਗਏ ਹਨ।
ਜਲਦੀ ਹੀ ਉਹ ਸਾਰੀਆਂ ਜਿਹੜੀਆਂ ਨੌਕਰੀਆਂ ਉਹ ਭਰੀਆਂ ਜਾਣਗੀਆਂ। ਇਹੀ ਮੈਂ ਕਹਿਣਾ। ਬੜਾ ਸੈਂਸਿਟਿਵ ਮੁੱਦਾ ਅੱਜ ਦੇ, ਕਿਉਂਕਿ ਨੌਜਵਾਨ ਵਰਗ ਜਿਹੜਾ ਸੜਕਾਂ ਤੇ ਰੁਲ ਰਿਹਾ। ਆਪਾਂ ਨੇ ਦੇਖਿਆ ਪਟਵਾਰੀਆਂ ਦੀ ਹੁਣ ਭਰਤੀ 'ਚ ਕੀ ਹਾਲ ਹੋਇਆ। ਸਾਡੀਆਂ ਜਿਹੜੀਆਂ ਧੀਆਂ ਸੀ, ਸਾਡੀਆਂ ਭੈਣਾਂ ਸੀ, ਉਹ ਬੱਸਾਂ ਦੀਆਂ ਛੱਤਾਂ 'ਤੇ ਚੜ੍ਹ ਕੇ ਪੇਪਰ ਦੇਣ ਗਈਆਂ ਨੇ। ਇੰਨਾ ਬੁਰਾ ਹਾਲ ਰਿਹਾ। ਹਾਂਜੀ, ਆਪ ਤੇ ਆਗੂ ਨੇ ਕੀ ਕਹਿਣਾ ਚਾਹੁੰਦੇ ਹੋ? ਵੀਰ ਜੀ, ਕੈਪਟਨ ਸਾਹਿਬ ਕਹਿੰਦੇ ਸੀ ਘਰ ਘਰ ਨੌਕਰੀ। ਇੱਕ ਇੰਨਾ ਛੋਟਾ ਜਿਹਾ ਕਾਰਡ ਫੋਟੋ ਲਾ ਕੇ ਦੇਤੀ। ਮੇਰੇ ਕਾਂਗਰਸੀ ਭਰਾ ਖੜੇ ਨੇ, ਵੱਡੇ ਭਰਾ ਨੇ ਸਾਡੇ, ਤੇ ਆ ਹੁਣ ਤੁਸੀਂ ਪਰਸੋਂ ਦੀ ਗੱਲ ਦੇਖ ਲਓ, 1150 ਨੌਕਰੀ ਹੈ, ਪੋਸਟ ਕੱਢੀ ਹੈ ਇਹਨਾਂ ਨੇ ਪਟਵਾਰੀ ਦੀ। 2.5 ਲੱਖ ਤੋਂ ਜ਼ਿਆਦਾ ਬੰਦਾ ਹੈ, ਇੱਕ ਬੰਦੇ ਨੂੰ 1000 ਰੁਪਈਆ ਇਹਨਾਂ ਨੇ ਫੀਸ ਲੈਤੀ ਹੈ, ਤਾਂ ਪੈਸੇ ਇਕੱਠੇ ਕਰਦੇ ਨੇ। ਰੁਜ਼ਗਾਰ ਬੇਰੁਜ਼ਗਾਰੀ ਕੋਈ ਦੂਰ ਨਹੀਂ ਕਰਦੇ ਭਰਾ ਜੀ। 4.5 ਸਾਲ ਹੋ ਗਏ ਸਰਕਾਰ ਚਲਦੀ ਨੂੰ, ਅੱਜ ਤੱਕ ਤਾਂ ਕੋਈ ਨੌਕਰੀ ਮਿਲੀ ਨਹੀਂ ਕਿਸੇ ਨੂੰ। ਕਹਿੰਦੇ ਨੌਕਰੀ ਮਿਲੀ ਹੀ ਨਹੀਂ। ਅਕਾਲੀ ਦਲ ਦੇ ਨੁਮਾਇੰਦੇ ਖੜੇ, 10 ਸਾਲ ਤੁਹਾਡੀ ਵੀ ਸਰਕਾਰ ਰਹੀ ਆ, ਕਿੰਨੀਆਂ ਕੁ ਨੌਕਰੀਆਂ ਦੇ ਗਏ ਸੀ? ਸਾਡੇ ਵੇਲੇ ਹੀ ਨੌਕਰੀਆਂ ਦਿੱਤੀਆਂ ਜਿੰਨੀਆਂ ਦਿੱਤੀਆਂ। 4.5 ਸਾਲਾਂ 'ਚ ਇਹਨਾਂ ਨੇ ਕੁਛ ਨਹੀਂ ਕਰਿਆ। ਹੁਣ ਕਹਿੰਦੇ ਅਸੀਂ ਇਸ਼ਤਿਹਾਰ ਦਿੱਤਿਆ, ਉਦੋਂ ਨੂੰ ਇੱਥੇ ਜਾਬਤਾ ਲੱਗ ਜਾਣਾ, ਇਸ਼ਤਿਹਾਰ ਹੀ ਰਹਿ ਜਾਣੇ ਆ। ਕਹਿੰਦੇ ਇਸ਼ਤਿਹਾਰ ਹੀ ਰਹਿ ਜਾਣੇ ਨੇ। ਪ੍ਰੋਫੈਸਰ ਸੰਤੋਖ ਕੌਰ ਬੈਠ ਖੜੇ ਨੇ ਸਾਡੇ ਨਾਲ, ਬੁੱਧੀਜੀਵੀ ਵਰਗ ਦੀ ਨੁਮਾਇੰਦਗੀ ਕਰਦੇ ਨੇ। ਬੀਬੀ ਜੀ, ਕੀ ਕਹਿਣਾ ਚਾਹੁੰਦੇ ਹੋ? ਕਿੱਥੋਂ ਗੱਲ ਸ਼ੁਰੂ ਕਰੀਏ, ਪਿਛਲੀ ਸਰਕਾਰ ਦੀ ਜਾਂ ਹੁਣ ਵਾਲੀ ਸਰਕਾਰ ਦੀ? ਸਾਡੇ ਬੱਚੇ ਸਾਰੇ ਆਪਣੇ ਘਰ ਛੱਡ ਕੇ, ਮਾਪਿਓ ਛੱਡ ਕੇ, ਭੈਣ ਭਰਾ ਛੱਡ ਕੇ ਸਾਰੇ ਬਾਹਰ ਤੁਰ ਰਹੇ ਨੇ, ਤੇ ਸਰਕਾਰਾਂ ਨੂੰ ਕੋਈ ਸੋਝੀ ਨਹੀਂ। ਪਿਛਲੀ ਸਰਕਾਰ ਨੇ ਵੀ ਐਂ ਕੀਤਾ, ਬੱਚਿਆਂ ਦੀ ਕਿਸੇ ਨੇ ਬਾਹ ਨਹੀਂ ਫੜੀ। ਹੁਣ ਵਾਲੀ ਸਰਕਾਰ ਵੀ ਬਸ ਉਹ ਘਰ ਘਰ ਨੌਕਰੀ ਦਾ ਨਾਰਾ ਬਣ ਗਿਆ, ਗੁਟਕੇ ਦਾ ਨਾਰਾ ਬਣ ਗਿਆ। ਹੁਣ ਜਿਹੜੇ ਆਪਣੇ ਨਵੇਂ ਪ੍ਰਧਾਨ ਆਏ ਨੇ, ਉਹਨਾਂ ਨੇ ਵੀ ਇੱਕ ਨਾਰੇ ਦੇ ਰੂਪ ਦੇ ਵਿੱਚ ਅਸੀਂ ਐਂ ਕਰਾਂਗੇ, ਐਂ ਕਰਾਂਗੇ। ਕਦੋਂ ਕਰੋਗੇ? ਤੁਹਾਡੀ ਸਰਕਾਰ ਤਾਂ ਹੁਣ ਚੱਲ ਰਹੀ ਆ, ਤੇ ਫਿਰ ਇਸ ਤੋਂ ਬਾਅਦ ਕਰੋ। ਪੈਨਸ਼ਨਰ ਵੀ ਖੜੇ ਨੇ, ਪੈਨਸ਼ਨਰ ਧਿਰ ਦੇ ਆਗੂ ਖੜੇ ਨੇ, ਰਾਜ ਕੁਮਾਰ ਅਰੋੜਾ ਤੇ ਉਹਨਾਂ ਦੇ ਸਾਥੀ ਖੜੇ ਨੇ। ਕੀ ਕਹਿਣਾ ਚਾਹੁੰਦੇ ਹੋ ਜੀ? ਬੇਰੁਜ਼ਗਾਰੀ ਦਾ ਮੁੱਦਾ ਉੱਠਿਆ, ਕੀ ਪੈਨਸ਼ਨਰ ਵੀ ਧਰਨਿਆਂ ਤੇ ਨੇ? ਸਰ, ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਵੀ ਤੁਸੀਂ ਇਸ 'ਤੇ ਡਿਬੇਟ ਕਰਾ ਰਹੇ ਹੋ। ਮੈਂ ਤਾਂ ਸਿਰਫ ਇੰਨਾ ਹੀ ਕਹਿਣਾ ਚਾਹਾਂਗਾ ਵੀ ਮੈਨੂੰ ਤਾਂ ਮਤਲਬ ਜਿਵੇਂ ਇਹ ਡਿਬੇਟ ਚੱਲ ਰਹੀ ਹੈ, ਕਾਂਗਰਸੀ ਕਹਿੰਦੇ ਵੀ ਅਸੀਂ ਨੌਕਰੀਆਂ ਦੇਤੀਆਂ, ਅਕਾਲੀ ਕਹਿੰਦੇ ਅਸੀਂ ਦੇਤੀਆਂ। ਗੱਲ ਤਾਂ ਸਥਿਤੀ ਤਾਂ ਇਹ ਦੇਖੋ ਵੀ ਪੰਜਾਬ ਦਾ ਯੂਥ ਬਾਹਰ ਕਿਉਂ ਜਾ ਰਿਹਾ ਹੈਗਾ? ਜੇ ਇੱਥੇ ਰੁਜ਼ਗਾਰ ਹੁੰਦਾ ਫਿਰ ਬਾਹਰ ਨੂੰ ਕਿਉਂ ਜਾਂਦਾ? ਬੜਾ ਵੱਡਾ ਸਵਾਲ ਖੜਾ ਕੀਤਾ। ਕਹਿੰਦੇ ਪੰਜਾਬ ਦਾ ਯੂਥ ਬਾਹਰ ਕਿਉਂ ਜਾ ਰਿਹਾ? ਕਿਉਂ ਜਾ ਰਿਹਾ ਜੀ ਪੰਜਾਬ ਦਾ ਯੂਥ? ਤੁਸੀਂ ਭਾਜਪਾ ਦੇ ਆਗੂ ਹੋ, ਸਰਕਾਰ ਸੈਂਟਰ 'ਚ ਵੀ ਤੁਹਾਡੀ ਆ। ਕਾਂਗਰਸ ਨੇ ਸਵਾਲ ਕੀਤਾ ਵੀ ਤੁਸੀਂ ਕੀ ਕਰਤਾ? 15-15 ਲੱਖ ਦਾ ਤੁਸੀਂ ਵੀ ਵਾਅਦਾ ਕੀਤਾ ਸੀ ਵੀ ਖਾਤਿਆਂ 'ਚ ਪਊਗਾ, ਕਿੱਥੇ ਗਿਆ ਉਹ? ਇਹ 15 ਲੱਖ ਵਾਲੀ ਗੱਲ ਤਾਂ ਜਿਹੜੀ ਤੁਸੀਂ ਕਹਿ ਦਿੰਦੇ ਹੋ ਕਿ ਕਿਹਾ ਸੀ, ਮੈਨੂੰ ਐ ਦੱਸੋ ਵੀ ਇੱਕ ਵੀ ਸਟੇਟਮੈਂਟ ਮੋਦੀ ਜੀ ਦੀ ਲਿਆ ਕੇ ਦਿਖਾ ਦਿਓ ਵੀ ਜਿਸ ਟਾਈਮ ਉਹਨਾਂ ਨੇ ਕਿਹਾ ਸੀ। ਇਹ ਤੇ ਔਨ ਰਿਕਾਰਡ ਹੈ ਜੀ, ਜਿੱਥੋਂ ਮਰਜੀ ਤੁਸੀਂ ਨੈੱਟ ਦੇ ਉੱਤੇ ਸਰਚ ਕਰੋ, ਮੋਦੀ ਸਾਹਿਬ ਆਪ ਖੁਦ ਅਨਾਉਂਸ ਕਰ ਰਹੇ। ਇਹ ਤਾਂ ਕੋਈ ਕਹਿਣ ਦੀ ਗੱਲ ਹੀ ਨਹੀਂ ਹੈ। ਬਾਅਦ ਵਿੱਚ ਇਹਨਾਂ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਕਹਿੰਦੇ ਨੇ ਜੀ ਇਹ ਤਾਂ ਇੱਕ ਜੁਮਲਾ ਸੀਗਾ ਇਲੈਕਸ਼ਨਾਂ ਨੂੰ ਜਿੱਤਣ ਵਾਸਤੇ। ਇਹ ਮੈਡਮ, ਹਾਂ ਜੀ, ਇਹ ਜੁਮਲਾ ਕਿਹਾ ਸੀ ਤੁਹਾਡੇ ਗ੍ਰਹਿ ਮੰਤਰੀ ਨੇ ਕਿਹਾ ਵੀ 15 ਲੱਖ ਦਾ ਤਾਂ ਇੱਕ ਜੁਮਲਾ ਹੀ ਸੀ। ਇਹ ਕਹਿਣਾ ਚਾਹੁੰਦੇ ਨੇ। ਹਾਂਜੀ, ਦੇਖੋ ਜੀ, ਸੈਂਟਰ 'ਚ ਜੁਮਲਾ ਸਰਕਾਰ ਮੋਦੀ ਦੀ ਹੈ, ਪੰਜਾਬ 'ਚ ਜੁਮਲਾ ਸਰਕਾਰ ਕੈਪਟਨ ਦੀ ਹੈ। ਉਹ ਅੱਜ ਵੀ ਗਿਆ ਹੋਇਆ ਦਿੱਲੀ, ਆਖੇ ਜੀ ਕੀ ਕਰਨਾ ਹੈ, ਲੋਕਾਂ ਦੇ ਮੁੱਦੇ ਕਰਨ ਨਹੀਂ ਗਿਆ। ਕਹਿੰਦੇ ਦੋ ਹੀ ਜੁਮਲਾ ਸਰਕਾਰ ਨੇ, ਸੈਂਟਰ 'ਚ ਵੀ ਪੰਜਾਬ ਦੇ ਵਿੱਚ ਵੀ ਦੋ ਹੀ ਜੁਮਲਾ ਸਰਕਾਰਾਂ ਨੇ। ਮੈਂ ਤਾਂ ਇੱਕੋ ਹੀ ਗੱਲ ਕਹਾਂਗਾ ਜੀ, ਜੇ ਕਹਿੰਦੇ ਬੰਦੇ ਬਾਹਰ ਕਿਉਂ ਜਾ ਰਹੇ ਨੇ, ਸਾਡਾ ਐਜੂਕੇਸ਼ਨ ਸਿਸਟਮ ਬਦਲਣ ਵਾਲਾ ਹੈ। ਸਾਡਾ ਸਿਸਟਮ ਬਦਲਣ ਵਾਲਾ ਹੈ। ਐਜੂਕੇਸ਼ਨ ਦਾ ਸਾਰਾ ਪੱਠਾ ਬੈਠਾ ਹੈ ਇਸ ਵੇਲੇ। ਅਗਰ ਐਜੂਕੇਸ਼ਨ ਸਹੀ ਸਾਡੇ ਬੱਚਿਆਂ ਨੂੰ ਮਿਲੇ ਤਾਂ ਸ਼ਾਇਦ ਉਹ ਨਾ ਜਾਣ, ਤਾਂ ਹੀ ਨੌਕਰੀਆਂ ਵੀ ਆਪੇ ਲੈ ਲੈਣ। ਐਜੂਕੇਸ਼ਨ ਨੂੰ ਸੁਧਾਰਨ ਦੀ ਸਖਤ ਲੋੜ ਹੈ ਇਸ ਵੇਲੇ। ਕੇਜਰੀਵਾਲ ਜੀ ਦੀ, ਆਮ ਆਦਮੀ ਪਾਰਟੀ ਦੀ, ਜਿਹਨੇ ਜਿਹੜੇ ਵਾਅਦੇ ਪੂਰੇ ਕਹੇ ਉਹ ਪੂਰੇ ਕੀਤੇ, ਚਾਹੇ ਉਹ ਐਜੂਕੇਸ਼ਨ ਦਾ ਲਾ ਲਓ, ਚਾਹੇ ਉਹ ਹੈਲਥ ਦਾ ਲਾ ਲਓ। ਪ੍ਰਿੰਸ ਜੀ, ਆਪ ਦੀ ਸਰਕਾਰ ਨੇ ਕਿੰਨੇ ਕਿ ਦਿੱਲੀ 'ਚ ਵਾਅਦੇ ਪੂਰੇ ਕੀਤੇ ਨੇ? ਦੇਖੋ, ਦਿੱਲੀ ਵਾਲੇ ਜਾ ਕੇ ਦੱਸ ਸਕਦੇ ਨੇ। ਉੱਥੇ ਜੋ ਉੱਥੇ ਬੇਰੁਜ਼ਗਾਰੀ ਦਾ ਬੁਰਾ ਹਾਲ, ਉੱਥੇ ਵੀ ਮੈਂ ਵਾਪਸ ਪਹਿਲਾਂ ਪੰਜਾਬ ਤੇ ਆਨਾ। ਮੈਂ ਤੁਹਾਡੇ ਧਿਆਨ ਨਾ ਭਟਕਾਇਆ ਜਾਵੇ ਆਪਣੇ ਮੁੱਦਿਆਂ ਦੇ। ਕੈਪਟਨ ਨੇ ਵਾਅਦਾ ਕੀਤਾ ਸੀ ਗੁਟਕਾ ਸਾਹਿਬ ਚੱਕ ਕੇ ਨਸ਼ਾ ਮੁਕਤ ਪੰਜਾਬ, ਪਰ ਰੁਜ਼ਗਾਰ ਮੁਕਤ ਪੰਜਾਬ ਕਰਤਾ ਕੈਪਟਨ ਸਰਕਾਰ ਨੇ। ਰੁਜ਼ਗਾਰ ਮੁਕਤ ਪੰਜਾਬ ਕਰਤਾ। ਕੀ ਕਹਿਣਾ ਚਾਹੁੰਦੇ ਹੋ? ਏਪੀ ਸਿੰਘ ਨੇ, ਸੀਨੀਅਰ ਸਿਟੀਜ਼ਨ ਨੇ, ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਚਾਹੇ ਤਾਂ ਪਿਛਲੀ ਸਰਕਾਰ ਸੀ, ਚਾਹੇ ਮੌਜੂਦਾ ਸਰਕਾਰ ਹੈ, ਇਹਨਾਂ ਨੇ ਬਿਲਕੁਲ ਰੁਜ਼ਗਾਰ ਵੱਲ ਧਿਆਨ ਨਹੀਂ ਦਿੱਤਾ। ਸਾਡਾ ਨੌਜਵਾਨ ਹੈ ਜਿਹੜਾ ਪੰਜਾਬ ਦਾ, ਸਾਡੇ ਦੇਸ਼ ਦਾ, ਸੈਂਕੜਿਆਂ ਦੀ ਤਾਦਾਦ ਦੇ ਵਿੱਚ ਇਹ ਤੁਸੀਂ 에ਅਰਪੋਰਟ ਤੇ ਵੇਖੋ, ਵਿਚਾਰਾ ਬੈਗ ਚੱਕੀ ਬਾਹਰ ਜਾ ਰਿਹਾ ਹੈ। ਔਰ ਪਿਛਲੇ ਦਿਨਾਂ ਦੇ ਵਿੱਚ ਮੈਂ ਆਸਟ੍ਰੇਲੀਆ ਸੀ, ਬੜੀ ਸ਼ਰਮ ਦੀ ਗੱਲ ਹੈ ਵੀ ਹਰ 83 ਸਕਿੰਟ ਬਾਅਦ ਇੱਕ ਬੱਚਾ ਉੱਥੇ ਉਤਰਿਆ ਸੀ। ਸਾਡੇ 83 ਸਕਿੰਟ ਬਾਅਦ ਬੱਚਾ ਉੱਥੇ ਉਤਰ ਰਿਹਾ। ਇੱਕ ਮਿੰਟ ਮੈਂ ਹੋਰ ਗੱਲ ਕਰੂੰਗਾ। ਇਹਦੇ ਨਾਲ ਇਹੀ ਨਹੀਂ ਵੀ ਸਾਡਾ ਨੌਜਵਾਨ ਬਾਹਰ ਜਾ ਰਿਹਾ ਹੈ, ਇੱਕ ਬੱਚਾ 20 ਲੱਖ ਰੁਪਈਆ ਲੈ ਕੇ ਜਾ ਰਿਹਾ ਹੈ, ਜਿਹੜਾ ਸਾਡੀ ਇਕਨੋਮੀ ਤੇ ਬਹੁਤ ਵੱਡਾ ਅਸਰ ਪਾ ਰਿਹਾ। ਅੱਜ ਜਿਹੜਾ ਪੱਠਾ ਬੈਠਿਆ ਪੰਜਾਬ ਦਾ, ਇਹ ਸਰਕਾਰਾਂ ਦੀ ਦੇਣ ਹੈ। ਅੱਜ ਕੋਈ ਸਰਕਾਰ, ਚਾਹੇ ਸੈਂਟਰ ਦੀ ਹੋਵੇ ਚਾਹੇ ਪੰਜਾਬ ਦੀ ਹੋਵੇ, ਕਿਸੇ ਵੀ ਸਰਕਾਰ ਨੇ ਕੱਖ ਨਹੀਂ ਕੀਤਾ ਹੈਗਾ।
ਧੋਖਾ ਕਰਦੇ ਨੇ, ਸ਼ੋਸ਼ਣ ਕਰਦੇ ਨੇ ਲੋਕਾਂ ਦੇ ਨਾਲ, ਇਹ ਝੂਠ ਬੋਲ ਕੇ ਮੈਗਾਂ ਤੇ ਵੀ ਝੂਠ ਬੋਲਦੇ ਨੇ, ਮੀਡੀਆ ਦੇ ਸਾਹਮਣੇ ਵੀ ਝੂਠ ਬੋਲਦੇ ਨੇ। ਸੱਚ ਵਾਲੀ ਗੱਲ ਇਹਨਾਂ ਦੇ ਪੱਲੇ ਨਹੀਂ। ਜੇ ਸੱਚ ਕੀਤਾ ਹੁੰਦਾ ਅੱਜ ਜਲੀਲ ਹੋਣ ਦੀ ਲੋੜ ਨਹੀਂ ਸੀ, ਲੋਕ ਤਾਂ ਤੁਹਾਨੂੰ ਹੱਥਾਂ ਤੇ ਚੱਕੀ ਫਿਰਦੇ। ਹਰਪਾਲ ਸੋਨੂ ਕਾਂਗਰਸ ਦੇ ਯੂਥ ਆਗੂ ਨੇ। ਹਰਪਾਲ ਜੀ, ਤੁਹਾਡੀ ਸਰਕਾਰ ਬੜਾ ਸਾਰੀਆਂ ਧਿਰਾਂ ਸਵਾਲ ਕਰ ਰਹੀਆਂ ਨੇ, ਘਰ ਘਰ ਰੁਜ਼ਗਾਰ ਦਾ ਵਾਅਦਾ ਕੀਤਾ ਸੀ, ਕਿੱਥੋਂ ਤੱਕ ਸਫਲ ਰਹੇ ਹੋ? ਦੇਖੋ ਜੀ 4.5 ਸਾਲ ਸਾਡੀ ਸਰਕਾਰ ਨੂੰ ਹੋਏ ਨੇ, ਅਸੀਂ ਜਿੰਨਾ ਹੋ ਸਕੇ ਆਪਣੇ ਵੱਲੋਂ ਵੱਧ ਤੋਂ ਵੱਧ ਰੁਜ਼ਗਾਰ ਦੇ ਰਹੇ ਹਾਂ। ਜਿਹੜੀ ਪਿਛਲੀ ਅਕਾਲੀ ਭਾਜਪਾ ਸਰਕਾਰ ਸੀਗੀ ਜਿਹਨੇ ਪੱਠਾ ਪੂਰੇ ਪੰਜਾਬ ਦਾ ਬਿਠਾਇਆ ਸੀਗਾ, ਉਹਦੇ ਕੰਡੇ ਹੋਣ ਵਾਲੀ ਸਰਕਾਰ ਨੂੰ ਚੁਗਣੇ ਪੈ ਰਹੇ ਨੇ। ਥੋੜਾ ਸਮਾਂ ਤਾਂ ਲੱਗਦੀ ਹੈ, ਜੇ 6 ਮਹੀਨੇ ਦੀ ਸਾਡੀ ਸਰਕਾਰ ਪਈ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਜੋ ਸਾਡੇ ਵਾਅਦੇ ਕੀਤੇ ਨੇ ਉਹ ਪੂਰੇ ਕਰਾਂਗੇ। ਤੁਸੀਂ ਵੀ ਕਲੀਸ਼ਨ ਗਵਰਨਮੈਂਟ ਚ ਰਹੇ ਹੋ, 10 ਸਾਲ ਰਾਜ ਭਾਗ ਭੋਗਿਆ। ਅੱਜ ਠੀਕ ਆ ਤੁਸੀਂ ਅੱਡ ਹੋ ਗਏ, ਪਰ ਸਵਾਲ ਤੁਹਾਡੇ ਤੇ ਵੀ ਉੱਠ ਰਹੇ ਨੇ। ਸਾਡਾ ਤਾਂ 9 ਦੀ ਉਹ ਸੀਗਾ ਜੀ, ਸਾਨੂੰ ਪੁੱਛਦਾ ਕੌਣ ਸੀ ਅਕਾਲੀ ਦਲ ਦੀ ਸਰਕਾਰ ਵੇਲੇ। ਇਹ ਸਹੀ ਗੱਲ ਆ ਜਿੰਨੇ ਖੜਾ। ਦੂਸਰੀ ਗੱਲ, ਪਹਿਲਾਂ ਤਾਂ ਇਹਨਾਂ ਨੇ ਫਾਰਮ ਭਰੇ ਨੇ, ਹੁਣ ਉਹ ਫਾਰਮ ਝਾੜੂ ਵਾਲੇ ਭਰੀ ਜਾਂਦੇ ਨੇ। ਪਹਿਲਾਂ ਤਾਂ ਇਹਨਾਂ ਨੇ ਸਰਕਾਰ ਬਣਾ ਲਈ ਫਾਰਮ ਭਰ ਕੇ, ਹੁਣ ਝਾੜੂ ਵਾਲੇ ਬਣਾਉਣਗੇ। ਲੈਣਾ ਦੇਣਾ ਉਹਨਾਂ ਨੇ ਵੀ ਕੁਝ ਦਿੱਤਾ, ਕੁਝ ਦਿੰਦੇ ਉਹ ਵੀ ਕੁਝ। ਮੁੱਕਦੀ ਗੱਲ ਇਹ ਹੈ ਜੀ, ਮੁੱਕਦੀ ਗੱਲ ਇਹ ਹੈ ਵੀ ਚਾਹੇ ਉਹ ਬਾਦਲ ਕੇ ਹੋਣ, ਚਾਹੇ ਉਹ ਕੈਪਟਨ ਹੋਰੀ ਹੋਣ, ਚਾਹੇ ਭਾਜਪਾ ਵਾਲੇ ਹੋਣ, ਇਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਧੜੀ, ਪੰਜਾਬ ਨੂੰ ਲੁੱਟਣ ਤੇ ਕੁੱਟਣ ਤੋਂ ਬਿਨਾਂ ਨਾ ਕੁਝ ਕੀਤਾ, ਨਾ ਹੀ ਅੱਗੇ ਕਰਨਾ। ਇਹ ਸਾਡੇ ਲੋਕਾਂ ਨੂੰ ਸਮਝਣਾ ਚਾਹੀਦਾ। ਪੰਜਾਬ ਦੇ ਲੋਕਾਂ ਨਾਲ ਕਹਿੰਦੇ ਕੁਝ ਨਹੀਂ ਕੀਤਾ, ਕੋਈ ਇਨਸਾਫ ਨਹੀਂ ਮਿਲਿਆ। ਹਾਂਜੀ ਬੀਬੀ ਜੀ, ਉਹਨਾਂ ਨੇ ਸਵਾਲ ਕੀਤਾ ਭਾਜਪਾ ਵਾਲਿਆਂ ਨੇ, ਕਹਿੰਦੇ ਅਸੀਂ ਤਾਂ 10 ਸਾਲ ਨਾਂ ਦੇ ਹੀ ਸਰਕਾਰ 'ਚ ਸੀ, ਸਾਨੂੰ ਪੁੱਛਦਾ ਹੀ ਕੋਈ ਨਹੀਂ। ਚੇਅਰਮੈਨ ਸਾਰਾ ਕੁਝ ਲਈ ਬੈਠੇ ਸੀ ਜੀ, ਬਰਾਬਰ ਦਾ ਹਿੱਸਾ ਮਿਲਿਆ ਸੀ, ਕੀ ਨਹੀਂ ਸੀ ਮਿਲਿਆ ਇਹਨਾਂ ਨੂੰ? ਮੱਖਣੀ ਦਾ ਜ਼ਿਆਦੇ ਖਾ ਗਏ ਸੀ ਤੁਸੀਂ। ਕਹਿੰਦੇ ਮੱਖਣੀ ਦਾ ਤੁਸੀਂ ਖਾ ਗਏ, ਹੁਣ ਤੁਸੀਂ ਰੌਲਾ। ਸੰਗਰੂਰ 'ਚ ਹੀ ਦੱਸ ਦਿਓ ਕੀ ਦਿੱਤਾ। ਵੱਡੇ ਸਟੇਟ ਲੈਵਲ ਤੇ ਤਾਂ ਛੱਡੋ, ਇਹਨਾਂ ਦੇ ਲੈਵਲ ਤੇ ਸੰਗਰੂਰ 'ਚ ਸਾਨੂੰ ਦੱਸ ਦਿਓ। 11 ਸੀਟਾਂ ਸੀ, ਸਾਨੂੰ ਕੀ ਦਿੱਤਾ? ਚੇਅਰਮੈਨੀਆਂ ਕਿੰਨੀਆਂ ਨੇ, ਸਾਨੂੰ ਕੀ ਦਿੱਤੀ? ਇੱਕ ਅੱਧੀ ਦਿੱਤੀ ਹੋਊ ਤਾਂ ਕਿੱਡੀ ਕੀ ਗੱਲ ਹੈ? ਉਹ ਸਾਨੂੰ ਪੁੱਛਦੇ ਨਹੀਂ ਸੀਗਾ ਜੀ ਤੁਸੀਂ। ਮੈਂ ਤਾਂ ਬੇਨਤੀ ਇਹ ਕਰਦਾ ਵੀ ਆਪਾਂ ਬੇਰੁਜ਼ਗਾਰ। ਰਿਪੂ ਜੀ ਕਹਿੰਦਾ ਸਾਨੂੰ ਪੁੱਛ ਨਹੀਂ। ਅਮਨ ਜੀ ਪੰਜਾਬ ਦੇ ਸੈਕਟਰੀ ਰਹੇ ਨੇ, ਉਦੋਂ ਇਹਨਾਂ ਦੇ ਮੰਤਰੀ ਰਹੇ, ਸਿੱਖਿਆ ਮੰਤਰੀ ਰਹੇ, ਸਾਰਾ ਕੁਝ ਰਹੇ। ਹੁਣ ਅੱਜ ਇਹ ਮੁੱਕਰੀ ਜਾਂਦੇ ਆ। ਸਭ ਤੋਂ ਵੱਧ ਢਿੱਲੋਂ ਸਾਹਿਬ ਅਮਨ ਪੂਨੀਆ ਬੀਜੇਪੀ ਦੀ ਆਪਣੀ ਪਾਰਟੀ ਦੇ ਸੈਕਟਰੀ ਸੀ, ਨਾ ਕਿ ਪੰਜਾਬ ਸਰਕਾਰ ਦੇ ਕਿਸੇ ਡਿਪਾਰਟਮੈਂਟ ਦੇ ਸੈਕਟਰੀ। ਚੇਅਰਮੈਨੀਆਂ ਇਹਨਾਂ ਨੂੰ, ਮੰਤਰੀ ਇਹਨਾਂ ਦੇ ਬਰਾਬਰ, ਸਾਰਾ ਕੁਝ ਇਹਨਾਂ ਦਾ ਸੀ। ਕੀ ਨਹੀਂ ਸੀ? ਘੋਲ ਕਰਦੇ ਨੇ ਜੀ, ਲਾਡਲਾ ਘੋਲ ਕਰਦੇ ਨੇ। ਤੁਹਾਨੂੰ ਪਤਾ ਨਹੀਂ ਲੱਗ ਰਿਹਾ? ਸੀਰੀਅਸ ਗੱਲ ਕਰੋ। ਅਸੀਂ ਗੱਲ ਕਰ ਰਹੇ ਹਾਂ ਹੈਲਥ ਦੀ, ਅਸੀਂ ਗੱਲ ਕਰ ਰਹੇ ਹਾਂ ਐਜੂਕੇਸ਼ਨ ਦੀ, ਅਸੀਂ ਗੱਲ ਕਰ ਰਹੇ ਹਾਂ। ਹੁਣ ਮੰਨਦੇ ਨੇ ਵੀ ਅਸੀਂ ਬਰਾਬਰ ਪੱਠਾ ਬਿਠਾਇਆ, ਬਰਾਬਰ ਦੀਆਂ ਚੇਅਰਮੈਨਾਂ ਲਿੱਤੀਆਂ ਨੇ, ਬਰਾਬਰ ਦੇ ਸਵਾਲ ਲਿੱਤੇ ਨੇ। 10 ਸਾਲ ਖਾ ਗਏ, 10 ਸਾਲ ਪੰਜਾਬ ਨੂੰ ਲੁੱਟ ਕੇ ਅਸੀਂ ਪੁਲਿਸ ਚ ਭਰਤੀਆਂ ਉਦੋਂ ਹੋਈਆਂ, ਲੇਡੀਜ਼ ਸਭ ਤੋਂ ਵੱਧ ਭਰਤੀਆਂ ਸਰਕਾਰ ਵਾਲੇ ਹੋਈ। ਸਭ ਤੋਂ ਅੱਜ ਬਾਦਲ ਸਾਹਿਬ ਕੋਲ ਇੰਨੀਆਂ ਬੱਸਾਂ ਪ੍ਰਾਈਵੇਟ ਟਰਾਂਸਪੋਰਟ ਕਿੱਥੋਂ ਆਇਆ? ਇਹ ਸਾਰਾ 10 ਸਾਲ ਲੁੱਟ ਕੇ ਇਹਨਾਂ ਨੇ ਬਰਾਬਰ ਖਾਧਾ। ਇਹ ਦੋਨੇ ਪਾਰਟੀਆਂ ਆਪਾਂ ਹੀ ਬਹਿ ਰਹੀਆਂ, ਅਕਾਲੀ ਦਲ ਤੇ ਬੀਜੇਪੀ। ਇਹ ਅਕਾਲੀ ਦਲ ਦੇ ਐਮਪੀ ਕਿਸਾਨ ਮਤੇ ਤੇ ਪਾਸ ਕਰਕੇ ਆਉਂਦੇ ਨੇ, ਉੱਥੇ ਮੁੜ ਕੇ ਅਸਤੀਫੇ ਦਿੰਦੇ ਨੇ। ਇਹ ਸਭ ਮਿਲੀ ਭੁਗਤ ਹੈ। ਅਕਾਲੀ ਬੀਜੇਪੀ ਕਾਂਗਰਸ ਦੀ ਕੁਛ ਨਹੀਂ ਹੈ ਇਸ 'ਚ। ਪਹਿਲਾਂ ਮੈਂ ਜਾ ਕੇ ਕਿਸਾਨੀ ਮਤੇ ਤੇ ਬੋਲਣਾ। ਮੈਂ ਕਹਿੰਦਾ ਉਸ ਤੋਂ ਬਾਅਦ ਇਹਨਾਂ ਐਮਐਲਏ ਤੋਂ ਅਸਤੀਫਾ ਦੇ ਦੇ, ਮੰਤਰੀ ਤੋਂ ਦੇਣਾ ਤਾਂ ਦੂਰ ਦੀ ਗੱਲ ਹੈ। ਕੋਈ ਸਰਪੰਚੀ ਤੋਂ ਨਹੀਂ ਦਿੰਦਾ, ਐਮਪੀ ਜਾਂ ਐਮਐਲਏ ਤੋਂ ਦੇ ਦੇ, ਫੇਰ ਉਦੋਂ ਸਾਰੀਆਂ ਪਾਰਟੀਆਂ ਉੱਤੇ ਕਰਦੀਆਂ। ਗੱਲ ਇਹਨਾਂ ਦੇ ਐਮਪੀ ਦੀ ਹੈ, ਜਦੋਂ ਉੱਥੇ ਕਿਸਾਨੀ ਮਤਾ ਪਾਸ ਕਰਦੇ ਫੇਰ ਗੱਲ ਕਰਨ। ਮੰਤਰੀ ਕੋਈ ਸਰਪੰਚੀ ਤੋਂ ਨਹੀਂ ਦਿੰਦਾ, ਅਕਾਲੀ ਦਲ ਤੋਂ ਬਣੇ ਵੇ ਨੇ। ਗੱਲ ਬੇਰੁਜ਼ਗਾਰੀ ਚੱਲ ਰਹੀ ਹੈ ਇੱਥੇ। ਅਕਾਲੀ ਭਾਜਪਾ ਵਾਲੇ ਤੇ ਕਾਂਗਰਸ ਵਾਲੇ ਆਪਸ ਚ ਲੜ ਰਹੇ ਨੇ, ਬੀਜੇਪੀ ਲੜ ਰਹੇ ਨੇ। ਅਸਲ ਮੁੱਦਾ ਬੇਰੁਜ਼ਗਾਰੀ ਦਾ। ਇਹ ਜਦੋਂ ਤੱਕ ਬੇਰੁਜ਼ਗਾਰੀ ਖਤਮ ਨਹੀਂ ਹੁੰਦੀ, ਉਹ ਤਾਂ ਕੋਈ ਮੁੱਦਾ ਹੱਲ ਨਹੀਂ ਹੁੰਦਾ। ਨਸ਼ਿਆਂ ਦੀ ਇੱਥੇ ਭਰਮਾਰ ਹੈ, ਨੌਜਵਾਨ ਵਿਦੇਸ਼ਾਂ ਜਾ ਰਹੇ ਨੇਗੇ, ਨੌਜਵਾਨ ਲੁੱਟਾਂ ਖੋਹਾਂ ਕਰ ਰਹੇ ਨੇਗੇ। ਨੌਜਵਾਨ ਜਿਹੜੇ 50-50 ਲੱਖ ਰੁਪਇਆ, 80 ਲੱਖ ਰੁਪਇਆ ਲੱਗੇ ਲਾ ਕੇ ਡਾਕਟਰ ਬਣਦੇ ਨੇ, 15,000 ਰੁਪਇਆ ਤਨਖਾਹ ਮਿਲਦੀ ਹੈ। ਅੱਜ ਮੁਲਾਜ਼ਮ ਤੇ ਪੈਨਸ਼ਨਰ ਸਾਰੇ ਹੀ ਦੁਖੀ ਹੋਏ ਫਿਰਦੇ ਨੇ। ਪਹਿਲਾਂ ਅਕਾਲੀ ਭਾਜਪਾ ਸਰਕਾਰ ਨੇ 10 ਸਾਲ ਲੁੱਟਿਆ ਤੇ ਕੁੱਟਿਆ, 4.5 ਸਾਲ ਹੋ ਗਏ ਕਾਂਗਰਸ ਸਰਕਾਰ ਆਈ ਨੂੰ, ਇਹਨੇ ਕੋਈ ਮੁੱਦਾ ਹੱਲ ਨਹੀਂ ਕੀਤਾ। ਅੱਜ ਮੁਲਾਜ਼ਮ ਵੀ ਦੁਖੀ ਨੇ, ਪੈਨਸ਼ਨਰ ਵੀ ਦੁਖੀ ਨੇ, ਸਟੂਡੈਂਟ ਵੀ ਦੁਖੀ ਨੇ ਕਿ ਬੇਰੁਜ਼ਗਾਰੀ ਵੱਧਦੀ ਜਾ ਰਹੀ ਹੈ। ਬੇਰੁਜ਼ਗਾਰੀ ਦਾ ਮੁੱਦਾ ਜੀ, ਬੇਰੁਜ਼ਗਾਰ ਇਹ ਜੇ ਆਪਾਂ ਕਹੀਏ ਸਭ ਨੂੰ ਸਰਕਾਰੀ ਨੌਕਰੀਆਂ ਨਹੀਂ ਮਿਲ ਸਕਦੀਆਂ, ਇਹਦੇ ਵਾਸਤੇ ਕੋਈ ਇੰਡਸਟਰੀ ਡਿਵੈਲਪ ਕਰਨ ਦੀ ਜ਼ਰੂਰਤ ਹੁੰਦੀ ਹੈ। ਪਰ ਅੱਜ ਤੱਕ ਪਹਿਲਾਂ ਅਕਾਲੀ ਸਰਕਾਰ ਵੇਲੇ 25,000 ਇੰਡਸਟਰੀ ਬਾਹਰ ਚਲੀ ਗਈ,
ਤੇ ਹੁਣ ਇਹਦੇ ਵੇਲੇ ਇਹਨਾਂ ਨੇ ਚੰਗਾ ਭਲਾ ਚੱਲਦਾ ਜਿਹੜਾ ਥਰਮਲ ਪਲਾਂਟ ਆ ਬੰਦ ਕੀਤਾ, ਬੇਰੁਜ਼ਗਾਰ ਕੀਤਾ। ਦੇਸ਼ ਦੇ ਅੰਦਰ ਸਭ ਤੋਂ ਜ਼ਿਆਦਾ ਸਰਕਾਰ ਕਾਂਗਰਸ ਸਰਕਾਰ ਦੀ ਰਹੀ ਹੈ। ਜੇ ਤੁਸੀਂ ਬੇਰੋਜ਼ਗਾਰੀ ਕਹਿੰਦੇ ਹੋ ਵੀ ਅੱਜ ਪੈਦਾ ਹੋਈ ਹੈ, ਇਹ ਅੱਜ ਨਹੀਂ ਪੈਦਾ ਹੋਈ, 60 ਸਾਲਾਂ ਤੋਂ ਚੱਲਿਆ ਆ ਰਿਹਾ। 60 ਸਾਲ ਨਹੀਂ ਮੈਡਮ ਜੀ, 70 ਸਾਲ ਪਹਿਲਾਂ ਦੇਸ਼ ਨੂੰ ਪੁੱਛ ਕੇ ਦੇਖੋ ਕੀ ਸੀਗਾ, ਸੂਈ ਤੱਕ ਨਹੀਂ ਸੀ ਬਣਦੀ। ਅੱਜ ਲੜਾਕੂ ਤੱਕ ਕਾਂਗਰਸ ਦੀ ਦੇਣ ਹੈ। ਜੇ ਅੱਜ ਤੁਸੀਂ ਇੱਥੇ ਖੜੇ ਹੋ ਨਾ, ਸਾਰੀ ਕਾਂਗਰਸ ਦੀ ਦੇਣ ਹੈ। ਇਹ ਰੁਜ਼ਗਾਰ ਦੇ ਮੁੱਦੇ ਤੇ ਲੜਨ ਦੀ ਲੋੜ ਨਹੀਂ। ਜੋ ਰੁਜ਼ਗਾਰ ਦਾ ਮੁੱਦਾ ਹੈ ਉਹ ਪਹਿਲਾਂ ਬੀਜੇਪੀ ਨੇ 10 ਸਾਲਾਂ ਦੇ ਵਿੱਚ ਬਰਬਾਦ ਕਰਤਾ। ਅੱਜ ਨੌਜਵਾਨ ਬੇਰੋਜ਼ਗਾਰ ਹੋਇਆ ਪਿਆ, ਦੇਸ਼ ਬਰਬਾਦ ਹੋਇਆ ਪਿਆ, ਰੋਜ਼ਗਾਰ ਖਤਮ ਹੋਇਆ ਪਿਆ। ਹੁਣ ਬੇਰੁਜ਼ਗਾਰ ਹੈ ਨੌਜਵਾਨ, ਇਹਨਾਂ ਤੋਂ ਪੁੱਛੋ ਤੁਹਾਡੇ ਵੇਲੇ ਪਹਿਲਾਂ ਕੋਈ ਨਹੀਂ ਸੀ, ਸਾਰਿਆਂ ਨੂੰ ਜੌਬ ਸੀਗੀ। ਉਰੇ ਬੰਦੇ ਖੜੇ ਆ ਜਿਹੜੇ ਬਜ਼ੁਰਗ ਖੜੇ ਆ, ਵੀ ਸਾਰਿਆਂ ਨੂੰ ਜੌਬ ਸੀ। 10 ਸਾਲ ਦੇ ਵਿੱਚ ਬੇਰੁਜ਼ਗਾਰੀ ਦੇ ਖੂਹ ਭਰਤੇ, ਲੋਕਾਂ ਨੂੰ ਕੋਈ ਰੁਜ਼ਗਾਰ ਨਹੀਂ। ਤੁਸੀਂ ਕਿਸਾਨਾਂ ਨੂੰ ਕੀੜੇ ਮਕੌੜੇ ਦੱਸਦੇ ਹੋ। ਹੈਲਥ ਕੋਈ ਨਹੀਂ, ਹੈਲਥ ਕੋਈ। ਅਸੀਂ ਖੁਦ ਕਿਸਾਨਾਂ ਦੇ ਪੁੱਤ, ਕਾਂਗਰਸ ਅਸੀਂ ਖੁਦ ਕਿਸਾਨਾਂ ਦੇ ਪੁੱਤ, ਅਸੀਂ ਮਜ਼ਦੂਰਾਂ ਦੇ ਪੁੱਤ, ਅਸੀਂ ਰਜਵਾੜੇ ਨਹੀਂ ਹੈਗੇ ਤੁਹਾਡੇ ਵਾਂਗੂ ਲੁੱਟ ਕੇ ਖਾ ਗਏ 10 ਸਾਲ ਤੁਸੀਂ। ਅਸੀਂ ਰਜਵਾੜੇ ਨਹੀਂ ਹੈਗੇ ਤੁਹਾਡੇ ਵਾਂਗੂ। ਜਿਹੜੀ ਰੁਜ਼ਗਾਰ ਦੀ ਗੱਲ ਕਰੀਆ ਵੀ ਰੁਜ਼ਗਾਰ ਪਹਿਲਾਂ ਅਕਾਲੀ ਸਰਕਾਰ ਨੇ ਕਿਹਾ ਸੀ ਵੀ ਰੁਜ਼ਗਾਰ ਦੇਵਾਂਗੇ। ਅਕਾਲੀ ਸਰਕਾਰ ਨੇ ਜੋ 6-700 ਬੰਦਾ ਰੁਜ਼ਗਾਰ ਤੇ ਸੀ ਪੰਜਾਬ ਦਾ ਟਰਾਂਸਪੋਰਟਰ, ਉਹ ਕੱਲੇ ਬਾਦਲਾਂ ਨੇ ਆਪਣੇ ਹੱਥ 'ਚ ਕਰ ਲਿਆ। 6-700 ਬੰਦਾ ਰੁਜ਼ਗਾਰ ਦੇਣ ਦੀ ਬਜਾਏ ਉਹਨਾਂ ਤੋਂ ਖੋਹ ਲਿਆ। ਐਵੇਂ ਹੁਣ ਕਾਂਗਰਸ ਦੀ ਸਰਕਾਰ ਹੈ, ਕਾਂਗਰਸ ਜੋ ਵਾਅਦਾ ਕਰਦੀ ਹੈ ਉਹ ਇਹਨਾਂ ਨੇ ਸਿਰਫ 2-3 ਮੰਤਰੀਆਂ ਦੇ ਮੁੰਡਿਆਂ ਨੂੰ ਨੌਕਰੀ ਦੇਤੀ, ਅਦਰਵਾਈਜ਼ ਬਾਕੀ ਪੰਜਾਬ ਦਾ ਕੋਈ। ਪੁੱਛਣਾ ਚਾਹੁੰਦਾ, ਟਰਾਂਸਪੋਰਟਾਂ ਹੋਰ ਵੀ ਚੱਲ ਰਹੀਆਂ ਨੇ, ਹੁਣ ਵੀ ਚੱਲ ਰਹੀਆਂ ਤੇ ਇਹ ਇਲਜ਼ਾਮ ਲਾਉਣਾ ਗਲਤ ਹੈ। ਟਰਾਂਸਪੋਰਟ ਹੋਰ ਵੀ ਇੰਨੇ ਟਰਾਂਸਪੋਰਟਰ ਕਿਉਂ ਆ ਜਿਹੜੇ ਬਾਕੀ ਟਰਾਂਸਪੋਰਟਰ ਚੱਲ ਨਹੀਂ ਰਹੇ, ਇਕੱਲੇ ਬਾਦਲਾਂ ਦੀਆਂ। ਕੇਬਲ ਮਾਫੀਆ, ਸੈਂਡ ਮਾਫੀਆ, ਸਾਰਾ ਇਹਨਾਂ ਦੀ ਦੇਣ। ਸਾਰਾ ਅਕਾਲੀ ਦਲ ਤੇ ਕਾਂਗਰਸ ਦੀ ਦੇਣ। ਕੇਜਰੀਵਾਲ ਨੇ ਸੁਪਰੀਮ ਕੋਰਟ 'ਚ ਥਰਮਲ ਬੰਦ ਕਰਾਉਣ ਲਈ ਪਾਇਆ, ਪੰਜਾਬ ਨੂੰ ਬਰਬਾਦ ਕਰਨ ਲਈ ਇਹ ਚੱਲੇ ਨੇ। ਤੁਸੀਂ ਥਰਮਲ ਪਲਾਂਟ ਬੜੀ ਹੀ ਸਾਰਥਕ ਬਹਿਸ ਦੇਖਣ ਨੂੰ ਮਿਲੀ। ਅਕਾਲੀ ਦਲ ਨੇ ਕਾਂਗਰਸ ਨੂੰ ਰੱਜ ਕੇ ਭੰਡਿਆ, ਆਪ ਨੇ ਕਾਂਗਰਸ ਤੇ ਅਕਾਲੀ ਦਲ ਨੂੰ ਭੰਡਿਆ। ਪੰਥਕ ਧਿਰਾਂ ਵੀ ਪਿੱਛੇ ਨਹੀਂ ਰਹੀਆਂ, ਉਹਨਾਂ ਨੇ ਸਾਰੀਆਂ ਧਿਰਾਂ ਨੂੰ ਹੀ ਕਟਹਿਰੇ ਚ ਲਿਆ। ਭਾਜਪਾ ਨੇ ਵੀ ਆਪਣੇ ਪੱਤੇ ਖੋਲੇ। ਭਾਜਪਾ ਦੇ ਆਗੂ ਕਹਿੰਦੇ ਵੀ 10 ਸਾਲ ਜੇ ਸਰਕਾਰ ਰਹੀ ਆ, ਸਾਡੀ ਤਾਂ ਸੁਣਵਾਈ ਕੋਈ ਨਹੀਂ ਹੋਈ। ਸਪਸ਼ਟ ਸ਼ਬਦਾਂ 'ਚ ਭਾਜਪਾ ਆਗੂਆਂ ਨੇ ਅਕਾਲੀ ਦਲ ਨੂੰ ਪੰਜਾਬ ਦੀ ਤਰਾਸਦੀ ਲਈ ਜ਼ਿੰਮੇਵਾਰ ਕਰਾਰ ਦਿੱਤਾ। ਸੰਗਰੂਰ ਤੋਂ ਅਮਨਦੀਪ ਸਿੰਘ ਬੁੱਟਾ, ਅਜੀਤ ਵੈਬ ਲਈ।